हाँ मैं कहना ਹੁਣ 50 दिन की गल आ गई। 50 दिन नहीं, ये 500 दिन ਤੇ 5000 दिन की लड़ाई भी चल सकती। ਅਸੀਂ ਕੁੱਤੇ ਵਾਲੀ ਮੌਤ ਨਹੀਂ ਮਰਨਾ ਚਾਹੁੰਦੇ। ਪੰਜਾਬ ਦਾ ਆਪ ਦਾ ਵਿਰਸਾ ਵਾ, ਪੰਜਾਬ ਦਾ ਆਪ ਦਾ ਲੜਾਕੂ ਤੰਤ ਆ। ਅਣਖ ਵਾਲੀ ਮੌਤ ਮਰਨਾ ਚਾਹੁੰਦੇ ਆ। ਤਗੜੇ ਨੇ ਮੋਦੀ ਸਾਹਿਬ, ਉਹਨਾਂ ਦੇ ਮਗਰ ਕਾਰਪੋਰੇਟ ਘਰਾਣੇ ਨੇ। ਅਸੀਂ ਮੰਨਦੇ ਸਰਕਾਰਾਂ ਵੱਡੀਆਂ ਹੁੰਦੀਆਂ, ਠੀਕ ਹੈ, ਸਾਨੂੰ ਮਾਰ ਕੇ ਲਈ ਜਾਂਦੀਆਂ, ਜ਼ਮੀਨਾਂ ਲੈ ਲੈਣ, ਮਾਰ ਕੇ ਮੰਡੀ ਤੋੜੀ ਜਾਂਦੀ ਆ, ਲੈ ਜਾਣ। ਮਤਲਬ ਆਪਾਂ ਅੰਤਮ ਸਵਾਸਾਂ ਤੱਕ ਲੜਾਂਗੇ। ਜਾ ਕੇ ਕੇਂਦਰ ਦਾ ਨਕਾਬ ਨੰਗਾ ਹੋਊਗਾ, ਇਹ ਵੀ ਸਾਡੇ ਸਾਹਮਣੇ ਆ ਜਾਣਾ। ਅਜੇ ਕੇਂਦਰ ਗੱਲਬਾਤ ਲਈ ਸੀਰੀਅਸ ਹੀ ਨਹੀਂ ਹੈਗਾ। ਗੱਲਬਾਤ ਦੇ ਵਿੱਚ ਵੱਡਾ ਡਿੱਕਾ ਤੁਸੀਂ ਵੇਖ ਲਓ, ਗੱਡੀਆਂ ਵਾਲਾ ਆ ਜਾਣਾ ਵਾ। ਕੇਂਦਰ ਸਰਕਾਰ ਇਹ ਮਹਿਸੂਸ ਕਰਦੀ ਸੀ ਕਿ ਕੈਪਟਨ ਸਾਡਾ ਦੋਸਤ ਹੈ, ਸ਼ਾਇਦ ਇਹ ਸਾਡਾ ਸਾਥ ਦੇਵੇਗਾ। ਜੇ ਸੁਖਬੀਰ ਬਾਦਲ ਦੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਬੀਜੇਪੀ ਨੂੰ ਛੱਡਣ ਲਈ ਜਾਂ ਕੇਂਦਰ ਦੀ ਵਜ਼ਾਰਤ ਛੱਡਣ ਲਈ, ਉਹਦਾ ਕਾਰਨ ਇਹ ਸੀ ਕਿ ਉਹ ਕਿਸਾਨੀ ਨੂੰ ਛੱਡਣਾ ਉਹਨਾਂ ਲਈ ਪੋਸੀਬਲ ਨਹੀਂ ਸੀ ਹੈਗਾ। ਸੋ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਜਿਹੜੀ ਬਦਲਾਖੋਰੀ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਇਹ ਕੋਈ ਨੀਤੀ ਬਹੁਤੀ ਚੰਗੀ ਨਹੀਂ ਹੈਗੀ। ਮੈਂ ਇਹ ਵੀ ਗੱਲ ਮਹਿਸੂਸ ਕਰਨਾ, ਮੈਨੂੰ ਕੁਝ ਕਾਂਗਰਸ ਦੇ ਐਮਪੀਜ਼ ਨੇ ਦੱਸਿਆ, ਉਹਨਾਂ ਨੇ ਜਾ ਕੇ ਜਦੋਂ ਟਾਈਮ ਮੰਗਿਆ ਤੇ ਉਹਨਾਂ ਨੂੰ ਖੇਤੀ ਮੰਤਰੀ ਨੇ ਕਿਹਾ ਜੀ ਕਿ ਮੈਂ ਤੁਹਾਡੀ ਜਿਹੜੀ ਰਿਕੁਐਸਟ ਸੀ ਭੇਜ ਦਿੱਤੀ ਅੱਗੇ, ਉਹਦੇ ਤੇ ਜੋ ਜਵਾਬ ਆਏਗਾ ਫਿਰ ਤੁਹਾਨੂੰ ਮੈਂ ਟਾਈਮ ਦਿਆਂਗਾ। ਉਹ ਕਹਿੰਦੇ ਜੀ ਕਿਹਨੂੰ ਭੇਜੀਏ? ਉਹ ਕਹਿੰਦੇ ਜੀ ਸਾਡੇ ਸਿਸਟਮ ਹੈਗਾ ਜੀ, ਥਰੂ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਰਿਕੁਐਸਟ ਜਾਂਦੀ ਹੈ, ਜੇ ਉੱਥੋਂ ਯੈਸ ਕਰਨਗੇ ਤੇ ਅਸੀਂ ਤੁਹਾਨੂੰ ਮਿਲਣਾ। ਜਿਸ ਸਰਕਾਰ ਦੇ ਵਿੱਚ ਇੱਕ ਮੰਤਰੀ ਨੂੰ, ਕੈਬਨਿਟ ਮੰਤਰੀ ਨੂੰ ਡਾਇਰੈਕਟ ਮਿਲਣ ਦਾ ਅਧਿਕਾਰ ਨਹੀਂ ਹੈਗਾ, ਤੁਸੀਂ ਕੀ ਸਮਝਦੇ ਹੋ ਕੋਈ ਫੈਸਲਾ ਲੈ ਸਕਣਗੇ ਕੱਲ ਨੂੰ? ਜਿਹੜੇ ਮਤਲਬ ਦੋ ਮੰਤਰੀ ਮੀਟਿੰਗ ਲੈ ਰਹੇ ਨੇ, ਉਹ ਕੋਈ ਫੈਸਲਾ ਲੈਣ ਦਾ ਤਾਂ ਉਹਨਾਂ ਕੋਲ ਅਧਿਕਾਰ ਹੈ ਨਹੀਂ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਜਿਸ ਵੱਡੇ ਮੁੱਦੇ ਤੇ ਚਰਚਾ ਕਰ ਰਹੇ ਹਾਂ, ਪਿਛਲੇ 50 ਦਿਨ ਦੇ ਵੀ ਵਧੇਰੇ ਸਮੇਂ ਤੋਂ ਸਮੁੱਚਾ ਪੰਜਾਬ ਇਸ ਮੁੱਦੇ ਨਾਲ ਜੂਝ ਰਿਹਾ ਹੈ। ਜੇ ਮੈਂ ਦੋ ਟੋਕ ਗੱਲ ਕਰਾਂ ਤਾਂ ਕੇਂਦਰ ਦੀ ਮੋਦੀ ਜ਼ੋਰਾਵਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਪੰਜਾਬ ਦੀ ਬਾਂਹ ਮਰੋੜ ਕੇ ਲਾਗੂ ਕਰਵਾਉਣਾ ਚਾਹੁੰਦੀ ਹੈ। ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਸਵਾਲ ਇਹ ਹੈ ਕਿ ਕੇਂਦਰ ਦਾ ਪੰਜਾਬ ਦੇ ਮੁੱਦਿਆਂ ਬਾਰੇ, ਕਿਸਾਨੀ ਦੇ ਮਾਮਲੇ ਨੂੰ ਲੈ ਕੇ ਨਜ਼ਰੀਆ ਕੀ ਹੈ? ਫੈਸਲਾ ਇਸ ਨਜ਼ਰੀਏ ਤੇ ਹੋਏਗਾ। ਕੈਪਟਨ ਅਮਰਿੰਦਰ ਸਰਕਾਰ ਇਸੇ ਮੁੱਦੇ ਨਾਲ ਜੋੜ ਕੇ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਇਸ ਵੇਲੇ ਜਿਹੜੀਆਂ ਕੇਂਦਰ ਦੀਆਂ, ਚਾਹੇ ਈਡੀ ਹੈ ਚਾਹੇ ਸੀਬੀਆਈ ਏਜੰਸੀਆਂ ਹੈਗੀਆਂ, ਉਹ ਦਬਾਅ ਬਣਾ ਰਹੀਆਂ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦਿਨ ਪਹਿਲਾਂ ਬਿਹਾਰ ਦੀ ਜਿੱਤ ਦੇ ਜਸ਼ਨ 'ਚ ਭਾਜਪਾ ਦੇ ਹੈੱਡ ਆਫਿਸ ਤੇ ਚੁਟਕੀ ਮਾਰ ਕੇ ਕਹਿ ਰਹੇ ਹੈ ਕਿ ਸਾਡਾ ਮੁਲਕ ਦੁਨੀਆ 'ਚ ਸਭ ਤੋਂ ਮੋਹਰੀ ਹੋਏਗਾ। ਸ਼੍ਰੀਮਾਨ ਜੀ, ਪੰਜਾਬੀ ਤੇ ਦੇਸ਼ ਭਰ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹੈ, ਜਦੋਂ ਪੂਰੇ ਮੁਲਕ ਦੇ ਅੰਦਰ ਆਤਿਸ਼ਬਾਜ਼ੀ ਛੱਡੀ ਜਾ ਰਹੀ ਹੈ, ਰਾਜਸੀ ਧਿਰਾਂ ਜਿੱਤ ਦੇ ਜਸ਼ਨ ਮਨਾ ਰਹੀਆਂ, ਤਾਂ ਪੰਜਾਬ ਦੇ ਬਨੇਰਿਆਂ ਤੇ ਹਨੇਰਾ ਕਿਉਂ? ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਖਾਸ ਮਹਿਮਾਨ ਇਸ ਵੇਲੇ ਹਾਜ਼ਰ ਨੇ। ਸਰਵਣ ਸਿੰਘ ਪੰਧੇਰ, ਜਿਹੜੇ ਪਿਛਲੇ 50 ਦਿਨਾਂ ਦੇ ਵੀ ਲੰਬੇ ਸਮੇਂ ਤੋਂ ਕਦੇ ਰੇਲਵੇ ਲਾਈਨਾਂ ਤੇ, ਕਦੇ ਸੜਕਾਂ ਤੇ, ਕਦੇ ਨਹਿਰਾਂ ਦੇ ਪੁਲਾਂ ਤੇ ਸੰਘਰਸ਼ ਦੀ ਅਗਵਾਈ ਕਰ ਰਹੇ ਹੈ। ਸਾਡੇ ਨਾਲ ਦੂਜੇ ਮਹਿਮਾਨ ਹਰਕਮਲਜੀਤ ਸਿੰਘ, ਪੰਜਾਬ ਦੀ ਕੱਦਾਵਰ ਅਖਬਾਰ ਦੇ ਬਿਊਰੋ ਚੀਫ ਨੇ। ਜਸਪਾਲ ਸਿੰਘ ਢਿੱਲੋਂ, ਪੰਜਾਬੀ ਦੇ ਇੱਕ ਹੋਰ ਅਹਿਮ ਅਖਬਾਰ ਦੇ ਬਿਊਰੋ ਚੀਫ, ਲੰਮਾ ਤਜਰਬਾ ਪੱਤਰਕਾਰੀ ਖੇਤਰ ਦਾ ਰੱਖਦੇ ਹੈ। ਤਿੰਨਾਂ ਮਹਿਮਾਨਾਂ ਨੂੰ ਆ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਪੰਧੇਰ ਸਾਹਿਬ, ਮੈਂ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ। ਇਹ ਸਹੀ ਹੈ ਕਿ ਦਿੱਲੀ ਨੇ ਜਿਹੜਾ ਸੱਦਾ ਦਿੱਤਾ, ਤੁਸੀਂ ਉਸ ਸੱਦੇ ਤੇ ਨਹੀਂ ਜਾ ਰਹੇ ਗੱਲਬਾਤ ਦੇ ਲਈ? ਪਰ ਸਵਾਲ ਕਿਉਂਕਿ ਸਮੁੱਚੀ ਕਿਸਾਨੀ ਦਾ, ਇਸ ਕਰਕੇ ਤੁਹਾਡੇ ਤੋਂ ਗੱਲ ਪੁੱਛੀ ਜਾ ਸਕਦੀ ਹੈ। ਕੇਂਦਰ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਹੈ, ਇਸ ਦੀ ਸਾਰਥਕਤਾ ਕਿੰਨੀ ਕੁ ਲੱਗਦੀ ਹੈ ਤੁਹਾਨੂੰ ਪੰਧੇਰ ਸਾਹਿਬ? ਬਹੁਤ ਅਹਿਮ ਸਵਾਲ ਹੈ। ਜਿੱਦਾਂ ਮੈਂ ਕਿਹਾ, ਪੰਜਾਬ ਦੇ ਹਨੇਰਿਆਂ ਤੇ ਰੋਸ਼ਨੀ ਦਾ ਸਵਾਲ ਹੈ। ਪੰਧੇਰ ਜੀ। ਹਾਂ, ਜਿੱਥੋਂ ਤੱਕ ਜਥੇਬੰਦੀ ਸਾਡੀ ਦਾ ਸਵਾਲ ਆ, ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਜਾ ਨਹੀਂ ਰਹੇ। ਅਸੀਂ ਕਿਉਂ ਨਹੀਂ ਜਾ ਰਹੇ, ਇਹ ਸਵਾਲ ਆ।
ਵੀ ਉਹਦੇ ਪਿੱਛੇ ਕਾਰਨ ਜੀ। ਕੀ ਆ। ਜੀ ਕੋਈ ਵੀ ਗੱਲਬਾਤ ਤੋਂ ਬਗੈਰ ਮਸਲੇ ਹੱਲ ਨਹੀਂ ਹੁੰਦੇ। ਗੱਲਬਾਤ ਹੋਣੀ ਚਾਹੀਦੀ ਆ, ਗੱਲਬਾਤ 'ਚ ਮਸਲੇ ਵਿਚਾਰ ਕੇ ਹੱਲ ਨਿਕਲਣਾ ਚਾਹੀਦਾ। ਪਰ ਸਵਾਲ ਤਾਂ ਇਸ ਗੱਲ ਦਾ ਵੀ ਜਿਹੜੀ ਚਿੱਠੀ ਲਿਖੀ ਆ ਉਹਦੇ 'ਚ ਇਹ ਕਿਹਾ ਗਿਆ ਸੀਗਾ ਵੀ ਪੰਜਾਬ 'ਚ ਅੰਦੋਲਨ ਚੱਲ ਰਿਹਾ, ਕਿਉਂਕਿ ਪੰਜਾਬ 'ਚ ਜਿਹੜਾ ਅੰਦੋਲਨ ਚੱਲ ਰਿਹਾ, ਠੀਕ ਹੈ ਜੀ, ਇਹਦੇ ਕਰਕੇ ਖੇਤੀ ਦੀਆਂ ਕੁਝ ਸਮੱਸਿਆ ਅਸੀਂ ਇਹ ਸਮਝਦੇ ਹਾਂ ਵੀ ਕੌਮੀ ਪੱਧਰ ਤੇ ਅੰਦੋਲਨ ਹੁਣ ਚੱਲ ਰਿਹਾ, ਇੱਕ ਕੌਮੀ ਪੱਧਰ ਤੇ ਮੁਹਾਜ਼ ਖੜਾ ਹੋਇਆ। ਜੇ ਅਸੀਂ ਮੰਨ ਕੇ ਉਸ ਗੱਲਬਾਤ ਵਿੱਚ ਚੱਲ ਜਾਈਏ ਤਾਂ ਅਸੀਂ ਕੇਂਦਰ ਦੀ ਇਸ ਗੱਲ ਨੂੰ ਕਬੂਲ ਕਿਹਾ ਵੀ ਅੰਦੋਲਨ ਕੱਲਾ ਪੰਜਾਬ 'ਚ ਚੱਲ ਰਿਹਾ, ਦੇਸ਼ 'ਚ ਨਹੀਂ ਚੱਲ ਰਿਹਾ। ਸੈਕੰਡ ਇਹ ਸੀਗਾ ਵੀ ਤੁਸੀਂ ਦੇਸ਼ ਦੀਆਂ ਇੱਕ ਮੁਹਾਜ਼ ਬਣ ਗਿਆ, 170 ਜਥੇਬੰਦੀਆਂ ਨੇ ਕੁਝ ਆਪਣੀ ਕਮੇਟੀ ਬਣਾ ਲਈ, 250 ਜਥੇਬੰਦੀ ਨੇ ਇੱਕ ਅੱਡ ਬਣਾ ਲਈ, ਤਾਂ ਕੋਈ 15-20 ਬੰਦਿਆਂ ਦਾ ਪੈਨਲ ਤਿਆਰ ਹੋ ਗਿਆ ਸੀਗਾ ਦੇਸ਼ ਲੈਵਲ ਤੇ ਤੁਸੀਂ ਦੇਸ਼ ਲੈਵਲ ਦੀਆਂ ਜਥੇਬੰਦੀਆਂ ਨੂੰ ਕਿਉਂ ਨਹੀਂ ਸਾਧਦੇ? ਜੇ ਦੇਸ਼ ਲੈਵਲ ਤੇ ਮੁਹਾਜ਼ ਬਣ ਰਿਹਾ ਤੇ ਤੁਸੀਂ ਪਾੜਾ ਕਿਉਂ ਪਾਉਣਾ ਚਾਹੁੰਦੇ ਜੇ? ਸੈਕੰਡ ਸਾਡਾ ਇਹ ਸੀਗਾ। ਤੀਜਾ ਸੀਗਾ ਵੀ ਤੁਸੀਂ ਮਾਲ ਗੱਡੀਆਂ ਇੱਕ ਬੰਨੇ ਬੰਦ ਰੱਖ ਰਹੇ ਹੋ, ਇੱਕ ਬੰਨੇ ਕਹਿ ਰਹੇ ਹੋ ਮਾਹੌਲ ਠੀਕ ਹੋ ਰਿਹਾ ਵਾ। ਇਹ ਕਿੱਧਰ ਦੀ ਦਿਨਾਈ ਆ ਤੁਹਾਡੀ ਵੀ ਤੁਸੀਂ ਉਹਦੇ 'ਚ? ਚੌਥਾ ਸੀਗਾ ਵੀ ਜਿਵੇਂ ਚੋਣ ਜਿੱਤ ਕੇ ਬਿਆਨ ਆ ਗਏ ਹੁਣ ਵੀ ਅਸੀਂ ਤਾਂ ਜੀ ਬਿੱਲ ਬਹੁਤ ਵਧੀਆ ਨੇ ਸਾਡੇ, ਅਸੀਂ ਤਾਂ ਚੋਣ ਜਿੱਤੀ ਆ। ਹੁਣ ਇਹੋ ਜਿਹੇ ਮਾਹੌਲ 'ਚ ਗੱਲਬਾਤ ਦੇ ਕੀ ਜਿਹੜੇ ਤੁਸੀਂ ਸਵਾਲ ਕੀਤਾ ਵੀ ਕੀ ਹਨੇਰੇ 'ਚ ਕੋਈ ਉਜਾਲਾ ਦੀਦਾ ਵਾ, ਇਹ ਤਾਂ ਉਹਨਾਂ ਦੇ ਬਿਆਨ ਦੱਸ ਰਹੇ ਆ ਜੋ ਬੋਲ ਰਹੇ ਨੇ ਵੀ ਸਾਡੇ ਕਾਨੂੰਨ ਬਹੁਤ ਵਧੀਆ ਤਾਂ ਅਸੀਂ ਜਿੱਤੇ ਆ। ਠੀਕ ਹੈ ਜੀ। ਹੁਣ ਇਹ ਜਿਹੇ ਮਾਹੌਲ ਦੇ ਵਿੱਚ ਆ ਵੀ ਗੱਲਬਾਤ ਲਈ ਜਾਣਾ ਚਾਹੀਦਾ, ਉਵੇਂ ਪੰਜਾਬ ਦੀਆਂ ਕੋਈ ਧਿਰਾਂ ਜਾਣਾ ਚਾਹੁਣ, ਸਾਨੂੰ ਇਤਰਾਜ਼ ਕੋਈ ਨਹੀਂਗਾ। ਠੀਕ ਹੈ, ਉਹਨਾਂ ਦਾ ਆਪਣਾ ਆਜ਼ਾਦ ਨਾ ਫੈਸਲਾ, ਇਹ ਪੱਖ ਵੀ ਆਉਣਾ ਚਾਹੀਦਾ। ਪਰ ਸਾਨੂੰ ਜੋ ਕੁਝ ਕੇਂਦਰ ਦਾ ਪਿਛਲੇ ਤਜਰਬਾ ਔਰ ਜੋ ਕੁਝ ਅਜੇ ਤੱਕ ਹੋ ਰਿਹਾ, ਜਿਵੇਂ ਕੱਲ ਸਨੀ ਦਿਓਲ ਦਾ ਬਿਆਨ ਆ ਗਿਆ ਵੀ ਕੈਪਟਨ ਸਰਕਾਰ ਜਿਹੜਾ ਵਾ ਉਹ ਟਰੈਕ ਖਿਲਾਵੇ, ਇਹ ਵੀ ਬਿਆਨ ਹੈ। ਅਸੀਂ ਕਹਿੰਦੇ ਅਸੀਂ ਤਾਂ 21 ਅਕਤੂਬਰ ਤੋਂ ਟਰੈਕ ਖੋਲ ਕੇ ਬੈਠੇ, ਤੁਹਾਨੂੰ ਪਤਾ ਹੀ ਨਹੀਂ ਸਨੀ ਦਿਓਲ ਜੀ, ਤੁਸੀਂ ਮੋਦੀ ਨੂੰ ਕਹਿ ਕੇ ਟਰੈਕ ਤੇ ਰੇਲ ਤਾਂ ਚਲਾਓ। ਹੁਣ ਇਹ ਬਿਆਨ ਜਿਹੜੇ ਆ ਇਹਨਾਂ ਤੋਂ ਨਹੀਂ ਲੱਗਦਾ ਕੁਝ ਨਿਕਲਣ ਪਾਉਣ ਵਾਲਾ ਹੈਗਾ ਵਾ। ਤੋ ਇਹ ਮੇਰਾ ਕਹਿਣਾ ਹੈ। ਜੀ ਪਨੇਰ ਸਾਹਿਬ, ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਸਾਡੇ ਨਾਲ ਸੀਨੀਅਰ ਜਰਨਲਿਸਟ ਜਿਹਦਾ ਮੈਂ ਜਾਣ ਪਛਾਣ ਕਰਾਈ ਹੈ ਪੈਨਲ ਤੇ ਜੁੜੇ ਹੋਏ ਹੈ ਹਰਕਮਲ ਜੀ ਤੁਸੀਂ ਸਰਵਣ ਸਿੰਘ ਬੰਦੇਰ, ਜੇ ਮੈਂ ਬਹੁਤਾ ਗੱਲ ਜਿਹੜੀ ਹੈਗੀ ਨਾ ਵੀ ਇਸ ਪਾਸੇ ਵੱਲ ਨੂੰ ਕਮਾਂ ਤਾਂ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਜਿਹੜੇ ਰੇਲਵੇ ਦੇ ਪੱਥਰ ਹੈ ਉਹਨਾਂ ਪੱਥਰਾਂ ਦੇ ਨਾਲ ਬੰਦੇਰ ਸਾਹਿਬ ਦੇ ਪੈਰ ਵੀ ਜ਼ਰੂਰ ਪਾਟੇ ਹੋਣਗੇ ਜੇ ਉਹ ਗੱਲਬਾਤ ਤੇ ਨਹੀਂ ਜਾ ਰਹੇ, ਕੇਂਦਰ ਦੇ ਬਾਰੇ ਸ਼ੰਕਾ ਪ੍ਰਗਟ ਕਰ ਰਹੇ ਹੈ। ਤੁਸੀਂ ਬਹੁਤ ਸੀਨੀਅਰ ਜਰਨਲਿਸਟ ਹੋ ਹਰਕਮਲ ਜੀ, ਪੰਜਾਬ ਦੀ ਆਸਥਾ ਦੇ ਲਈ ਬਹੁਤ ਵੱਡਾ ਸਵਾਲ ਹੈ, ਕਿਵੇਂ ਦੇਖਦੇ ਹੋ ਇਸ ਵੇਲੇ ਸੱਦੇ ਨੂੰ ਜਿਹੜਾ ਦਿੱਤਾ ਗਿਆ ਕੇਂਦਰ ਦੇ ਵੱਲੋਂ? ਜੀ ਹਰਕਮਲ ਜੀ। ਦੇਖੋ ਜਗਤਾਰ ਜੀ, ਇਹਦੇ 'ਚ ਦੋ ਪੱਖ ਨੇ। ਇਹ ਇੱਕ ਤੇ ਇਹ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੁਣ ਤੱਕ ਇਹ ਕਹਿ ਰਹੀ ਸੀ ਕਿ ਜੋ ਅਸੀਂ ਬਿੱਲ ਪਾਸ ਕੀਤੇ ਨੇ ਇਹਨਾਂ ਦੇ ਉੱਤੇ ਕੋਈ ਰੀਥਿੰਕਿੰਗ ਨਹੀਂ ਹੋਣੀ, ਕੋਈ ਉਹਨਾਂ ਤੇ ਗੱਲਬਾਤ ਨਹੀਂ ਹੋਏਗੀ ਔਰ ਅਸੀਂ ਕਿਸੇ ਕਿਸਮ ਦੀ ਕੋਈ ਗੱਲ ਕਰਨ ਲਈ ਉਹਨਾਂ ਤੇ ਤਿਆਰ ਨਹੀਂ ਹੈਗੇ। ਮੈਨੂੰ ਬੀਜੇਪੀ ਦੇ ਕਈ ਲੀਡਰਾਂ ਨੇ ਵੀ ਇਹ ਗੱਲ ਆਪ ਦੱਸੀ ਕਿ ਸਾਨੂੰ ਤੋਂ ਕਿਹਾ ਗਿਆ ਕਿ ਤੁਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਕਿ ਜੀ ਇਹਨਾਂ ਬਿੱਲਾਂ ਦੇ ਉੱਤੇ ਕੋਈ ਗੱਲ ਹੋ ਸਕਦੀ ਹੈ ਜਾਂ ਕੋਈ ਇਹਨਾਂ ਤੇ ਮੁੜ ਵਿਚਾਰ ਹੋ ਸਕਦਾ ਹੈ। ਮੋਦੀ ਨੇ ਖੁਦ ਬਿਹਾਰ ਚੋਣਾਂ 'ਚ ਜਾ ਕੇ ਇਹ ਗੱਲ ਕਹੀ ਕਿ ਨਾ ਤੇ ਕਸ਼ਮੀਰ ਦਾ 370 ਧਾਰਾ ਖਤਮ ਕਰਨ ਵਾਲਾ ਬਿੱਲ ਵਾਪਸ ਹੋ ਸਕਦਾ ਹੈ ਔਰ ਨਾ ਹੀ ਕਿਸਾਨਾਂ ਬਾਰੇ ਜਿਹੜੇ ਬਿੱਲ ਨੇ ਸਾਡੇ ਉਹ ਕਦੀ ਵਾਪਸ ਹੋਣਗੇ। ਇਹ ਗਲਤਫਹਿਮੀ ਦੂਰ ਕਰ ਦਿਓ। ਸੋ ਮੇਰੇ ਖਿਆਲ 'ਚ ਜਿਹੜਾ ਉਹਨਾਂ ਦਾ ਮੈਂਟਲ ਮੇਕਅਪ ਹੈਗਾ, ਜੋ ਉਹਨਾਂ ਦੀ ਸੋਚ ਹੈਗੀ ਹੈ ਭਾਜਪਾ ਦੀ ਜਾਂ ਪ੍ਰਧਾਨ ਮੰਤਰੀ ਦੀ, ਉਹ ਬੜੀ ਸਪਸ਼ਟ ਹੈਗੀ ਹੈ ਕਿ ਉਹ ਇਹਨਾਂ ਦੇ ਉੱਤੇ ਕੋਈ ਬਹੁਤੀ ਰੀਥਿੰਕਿੰਗ ਕਰਨ ਲਈ ਤਿਆਰ ਨਹੀਂ ਸੀ ਹੈਗੇ। ਪਰ ਮੈਂ ਸਮਝਦਾ ਕਿ ਜੇ ਉਹਨਾਂ 'ਚ ਤਬਦੀਲੀ ਆਈ ਹੈ ਉਹਦਾ ਕੋਈ ਕਾਰਨ ਹੋਏਗਾ, ਜਾਂ ਤੇ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਦਾ ਜਿਹੜਾ ਪ੍ਰੈਸ਼ਰ ਸੀ ਉਹ ਉਹਨਾਂ ਨੂੰ ਸਤਾ ਰਿਹਾ ਸੀ, ਉਹਨਾਂ ਨੇ ਕਬੂਲਿਆ ਉਹਨੂੰ ਔਰ ਗੱਲਬਾਤ ਲਈ ਉਹਨਾਂ ਨੇ ਆਪ ਖੁਦ ਇਨਵੀਟੇਸ਼ਨ ਦਿੱਤਾ ਕਿ ਸਾਡੇ ਨਾਲ ਆ ਕੇ ਗੱਲ ਕਰੋ। ਸੋ ਮੇਰੇ ਖਿਆਲ 'ਚ ਜੋ ਬੰਦੇਰ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੈ, ਗੱਲਬਾਤ ਕਰਨੀ ਚਾਹੀਦੀ ਹੈ। ਭਾਵੇਂ ਭਰੋਸੇਯੋਗਤਾ ਅਜੇ ਮੈਨੂੰ ਵੀ ਨਹੀਂ ਨਜ਼ਰ ਆ ਰਹੀ ਕੋਈ, ਜੇ ਤੁਸੀਂ ਇਹ ਐਕਸਪੈਕਟ ਕਰੋ ਕਿ ਉਹ ਬਿੱਲ ਖਤਮ ਕਰ ਸਕਦੇ ਨੇ। ਜੇ ਤੇ ਬਿੱਲ ਖਤਮ ਕਰਨ ਦੀ ਗੱਲ ਹੈਗੀ ਹੈ, ਮੈਨੂੰ ਲੱਗਦਾ ਕਿ ਉਹ ਤੇ ਅਜੇ ਉਹਨਾਂ ਦਾ ਕੋਈ ਮੂਡ ਨਾ ਗਵਰਨਮੈਂਟ ਆਫ ਇੰਡੀਆ ਦਾ ਹੈ, ਨਾ ਹੀ ਸ਼ਾਇਦ ਛੇਤੀ ਬਣੇਗਾ। ਉਹ ਅਜੇ ਫਿਲਹਾਲ ਜੋ ਭਾਜਪਾ ਦੇ ਲੀਡਰ ਦੱਸ ਰਹੇ ਨੇ, ਉਹ ਕਹਿੰਦੇ ਜੀ ਜੇ ਕਿਸਾਨ ਜਥੇਬੰਦੀਆਂ ਚਾਹਣਗੀਆਂ ਤੇ ਅਸੀਂ ਦੋ ਗੱਲਾਂ ਤੇ ਕੋਈ ਕਲੈਰੀਫਿਕੇਸ਼ਨ
ਇਸ਼ੂ ਕਰ ਸਕਨੇ ਆ, ਕੋਈ ਇਹਨਾਂ ਨੂੰ ਲਿਖ ਕੇ ਵੀ ਦੇ ਸਕਨੇ ਆ ਕਿ ਅਸੀਂ MSP ਖਤਮ ਨਹੀਂ ਕਰਾਂਗੇ। ਦੂਜੀ ਗੱਲ ਉਹ ਕਹਿੰਦੇ ਨੇ ਕਿ ਜਿਹੜਾ ਇੱਕ ਢਾਂਚਾ ਹੈਗਾ ਪਰਚੇਜ਼ ਕਰਨ ਲਈ, ਫਸਲਾਂ ਦੇ ਖਰੀਦ ਲਈ ਢਾਂਚਾ, ਉਹਨੂੰ ਅਸੀਂ ਖਤਮ ਕਰਨ ਲਈ ਕੋਈ ਕਦਮ ਨਹੀਂ ਚੁੱਕਾਂਗੇ, ਉਹਨੂੰ ਕਾਇਮ ਰੱਖਿਆ ਜਾਏਗਾ। ਇਹੋ ਜਿਹਾ ਤਾਂ ਅਸੀਂ ਕੋਈ ਭਰੋਸਾ ਲਿਖ ਕੇ ਦੇ ਸਕਨੇ ਆ। ਪਰ ਉਹਦਾ ਇੱਕ ਕਾਨੂੰਨ ਦੇ ਸਾਹਮਣੇ, ਜਿਹੜਾ ਪਾਰਲੀਮੈਂਟ ਦੇ ਐਕਟ ਦੇ ਸਾਹਮਣੇ ਇੱਕ ਲਿਖੀ ਚਿੱਠੀ ਦਾ ਕੀ ਮੁੱਲ ਹੋਏਗਾ, ਅਨਲੈਸ ਕਿ ਉਹਦੇ ਚ ਜਾਂ ਤੇ ਉਹ ਬਿੱਲਾਂ 'ਚ ਕੋਈ ਅਮੈਂਡਮੈਂਟ ਕਰਨ, ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਮੇਰੇ ਖਿਆਲ 'ਚ ਜਿਹੜੀ ਇਹ ਗੱਲਬਾਤ ਹੋ ਰਹੀ ਹੈ ਕਿਸਾਨਾਂ ਦੀ, ਮੇਰੇ ਖਿਆਲ 'ਚ ਚਲੋ ਇੱਕ ਦੂਜੇ ਨੂੰ ਐਟਲੀਸਟ ਅੰਡਰਸਟੈਂਡ ਕਰਨਗੇ। ਜੇ ਦਿੱਲੀ ਵਾਲੇ ਮਾੜਾ ਮੋਟਾ ਕਿਸਾਨਾਂ ਨੂੰ ਅੰਡਰਸਟੈਂਡ ਕਰ ਸਕਣ ਤੇ ਸ਼ਾਇਦ ਕਿਸਾਨਾਂ ਨੂੰ ਵੀ ਉਹਨਾਂ ਦਾ ਮੂਡ ਪਤਾ ਲੱਗੇਗਾ ਕਿ ਉਹ ਕਿੱਥੇ ਖੜੇ ਨੇ, ਕੀ ਕਰਨਾ ਚਾਹੁੰਦੇ ਨੇ, ਕੀ ਭਾਜਪਾ ਦੀ ਸੋਚ ਹੈਗੀ ਹੈ। ਜੋ ਮੈਂ ਮਹਿਸੂਸ ਕਰ ਰਿਹਾ ਕਿ ਹੁਣ ਤੱਕ ਜਿਹੜੀ ਸੋਚ ਹੈ ਨਾ ਗਵਰਨਮੈਂਟ, ਤੁਸੀਂ ਸੋਚ ਗਵਰਨਮੈਂਟ ਆਫ ਇੰਡੀਆ ਦੀ, ਤੁਸੀਂ ਉਹਦਾ ਇਹ ਤੋਂ ਅੰਦਾਜ਼ਾ ਲਗਾਓ। ਉਹ ਪੰਜਾਬ ਗਵਰਨਮੈਂਟ ਨੂੰ ਬਾਰ-ਬਾਰ ਕਹਿ ਰਹੇ ਨੇ ਕਿ ਜੀ ਤੁਸੀਂ ਰੇਲਵੇ ਟਰੈਕਸ ਖਾਲੀ ਕਰਾਓ। ਅਸਲੀਅਤ ਇਹ ਹੈ ਕਿ ਜਿਹੜਾ ਐਕਟ ਹੈਗਾ ਰੇਲਵੇ ਦਾ, ਉਹਦੇ ਮੁਤਾਬਕ ਰੇਲਵੇ ਲਾਈਨਾਂ ਔਰ ਰੇਲਵੇ ਸਟੇਸ਼ਨ, ਇਹ ਸਾਰੇ ਜਿਹੜੇ ਨੇ ਇਹ ਰੇਲਵੇ ਪੁਲਿਸ ਦੇ ਅੰਡਰ ਆਉਂਦੇ ਨੇ, ਜਿਹੜੀ ਕਿ ਰੇਲਵੇ ਡਿਪਾਰਟਮੈਂਟ ਦੇ ਅੰਡਰ ਹੁੰਦੀ ਹੈ। ਪੰਜਾਬ 'ਚ ਵੀ ਇੱਕ ਰੇਲਵੇ ਦਾ ਐਡੀਸ਼ਨਲ DGP ਹੈਗਾ, ਉਹਨਾਂ ਦੇ 12 ਆਪਣੇ ਥਾਣੇ ਨੇ, 36 ਚੌਂਕੀਆਂ ਹੈਗੀਆਂ ਰੇਲਵੇ ਪੁਲਿਸ ਦੀਆਂ। ਜਿੰਨੇ ਕੇਸ ਹੁੰਦੇ ਨੇ, ਕੋਈ ਟਰੈਕ ਦੇ ਉੱਤੇ ਕੋਈ ਇਨਸੀਡੈਂਟ ਹੋ ਜਾਏ, ਕੋਈ ਥੱਲੇ ਆ ਜਾਏ, ਉਹ ਰੇਲਵੇ ਪੁਲਿਸ ਦਰਜ ਕਰਦੀ ਹੈ। ਕਿਸੇ ਸਟੇਸ਼ਨ ਦੇ ਉੱਤੇ ਕੋਈ ਇਨਸੀਡੈਂਟ ਹੋ ਜਾਏ, ਉਹ ਵੀ ਰੇਲਵੇ ਪੁਲਿਸ ਦਰਜ ਕਰਦੀ ਹੈ। ਉਹਦੇ 'ਚ ਲੋਕਲ ਪੁਲਿਸ ਦਾ ਕੋਈ ਦਖਲ ਨਹੀਂ। ਔਰ ਉਹਨਾਂ ਨੇ ਇੱਕ ਬਹਾਨਾ ਬਣਾਇਆ ਹੋਇਆ ਪੰਜਾਬ ਗਵਰਨਮੈਂਟ ਲਈ ਕਿ ਜੀ ਰੇਲਵੇ ਟਰੈਕ ਖਾਲੀ ਕਰਾਓ, ਹਾਲਾਂਕਿ ਉਹ ਖਾਲੀ ਪਈਆਂ ਸਾਰੀਆਂ, ਰੇਲਵੇ ਟਰੈਕਸ ਤੇ ਕੋਈ ਮਸਲਾ ਨਹੀਂ। ਔਰ ਜਿਹੜਾ ਦੂਸਰੀ ਗੱਲ ਹੈਗੀ ਹੈ ਕਿ ਜੀ ਅਸੀਂ ਪੈਸੇਂਜਰ ਟ੍ਰੇਨ ਉਹ ਕਹਿੰਦੇ ਨਾਲ ਚਲਾਣੀ ਹੈ। ਮੈਨੂੰ ਰੇਲਵੇ ਦਾ ਇੱਕ ਸੀਨੀਅਰ ਅਧਿਕਾਰੀ ਦੱਸ ਰਿਹਾ ਸੀ, ਉਹ ਕਹਿੰਦੇ ਸਾਨੂੰ ਅੱਜ ਦੀ ਡੇਟ 'ਚ ਮਾਲ ਗੱਡੀਆਂ ਤੇ ਪ੍ਰੋਫਿਟੇਬਲ ਨੇ, ਵਾਰਾ ਖਾਂਦੀਆਂ, ਲੇਕਿਨ ਜਿਹੜੀ ਇਹ ਗੱਲ ਹੈਗੀ ਹੈ ਪੈਸੇਂਜਰ ਟ੍ਰੇਨ ਸਾਨੂੰ ਘਾਟੇ 'ਚ ਨੇ। ਰੀਜ਼ਨ ਬੀਇੰਗ ਪੈਸੇਂਜਰ ਨਹੀਂ ਮਿਲ ਰਿਹਾ ਗੱਡੀਆਂ ਨੂੰ ਵੀ, ਪੈਸੇਂਜਰ ਬਹੁਤ ਘੱਟ ਹੈਗੇ ਨੇ। ਪਰ ਉਹ ਇੱਕ ਇਸ਼ੂ ਬਣਾ ਕੇ ਬੈਠੇ ਨੇ ਕਿ ਅਸੀਂ ਨਾਲ ਚਲਾਉਣੀ ਹੈ, ਜਾਂ ਤੁਸੀਂ ਸਮਝ ਲਓ ਕਿ ਮਾਲ ਗੱਡੀਆਂ ਨਾ ਚਲਾਉਣ ਲਈ ਉਹਨਾਂ ਨੇ ਇੱਕ ਬਹਾਨਾ ਰੱਖਿਆ ਹੋਇਆ ਹੈ। ਤਾਂ ਮੈਨੂੰ ਲੱਗਦਾ ਕਿ ਅਜੇ ਇਹ ਵੀ ਕਲੀਅਰ ਨਹੀਂ ਕਿ ਗਵਰਨਮੈਂਟ ਆਫ ਇੰਡੀਆ ਦੀ ਸੋਚ ਕੀ ਹੈਗੀ ਹੈ, ਕਿੰਨੀ ਕੋਈ ਸੁਚਾਰੂ ਹੈਗੀ ਹੈ, ਕੀ ਉਹ ਮਸਲਾ ਹੱਲ ਕਰਨਾ ਚਾਹੁੰਦੇ ਨੇ, ਕੀ ਚਾਹੁੰਦੇ ਨੇ, ਕੋਈ ਇਹਦੇ ਤੋਂ ਕੋਈ ਬਹੁਤੀ ਕਲੈਰਿਟੀ ਨਹੀਂ ਹੋ ਰਹੀ। ਔਰ ਮੇਰੇ ਖਿਆਲ ਜੇ ਕਿਸਾਨ ਜਥੇਬੰਦੀਆਂ ਦਿੱਲੀ ਜਾ ਰਹੀਆਂ ਹੈ, ਉੱਥੇ ਜਾ ਕੇ ਇਹਨਾਂ ਨੂੰ ਕਾਫੀ ਹੱਦ ਤੱਕ ਪਤਾ ਲੱਗ ਜਾਏਗਾ ਕਿ ਗਵਰਨਮੈਂਟ ਆਫ ਇੰਡੀਆ ਦੀ ਸੋਚ ਕੀ ਹੈਗੀ ਹੈ, ਕਿ ਕੇਂਦਰ ਦਾ ਰਵੱਈਆ ਕੀ ਹੈ। ਬਿਲਕੁਲ ਜਿਹੜਾ ਹਰਕਮਲ ਜੀ ਇਸ ਮੁੱਦੇ ਤੇ ਵਾਪਸ ਆਵਾਂਗਾ ਤੁਹਾਡੇ ਗੱਲ। ਜਸਪਾਲ ਜੀ, ਇਸ ਮਾਮਲੇ ਤੇ ਪੰਦੇਰ ਸਾਹਿਬ ਕਿਸਾਨ ਨੇਤਾ ਨੇ ਗੱਲ ਕੀਤੀ ਹੈ, ਹਰਕਮਲ ਜੀ ਨੇ ਗੱਲ ਕੀਤੀ ਹੈ, ਤੁਸੀਂ ਮੀਟਿੰਗ ਦੇ ਮੁੱਦੇ ਤੇ ਵੀ ਆਪਣੇ ਕਮੈਂਟਸ ਦਿਓ। ਪਰ ਜਿਹੜੀ ਗੱਲ ਕਿ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਮਾਮਲਾ ਤਾਂ ਹੈਗਾ ਜਿਹੜੇ ਨਵੇਂ ਖੇਤੀ ਕਾਨੂੰਨ ਹੈ, ਕਿਸਾਨ ਕਹੇ ਕਾਲੇ ਕਾਨੂੰਨ ਹੈ, ਉਹਨਾਂ ਨੂੰ ਵਾਪਸ ਲਓ, ਸਾਨੂੰ ਵਾਰਾ ਨਹੀਂ ਖਾਂਦੇ। ਲੜਾਈ ਦਾ ਮੁੱਦਾ ਤਾਂ ਉਹ ਹੈ, ਪਰ ਕੇਂਦਰ ਨੇ ਇਸ ਤਰ੍ਹਾਂ ਦਾ ਮੁੱਦਾ ਉਭਾਰ ਦਿੱਤਾ ਹੈ ਕਿ ਜੀ ਰੇਲ ਗੱਡੀਆਂ, ਮੁਸਾਫਰ ਗੱਡੀਆਂ ਚਲਾਈਆਂ ਜਾਣ, ਜਿਵੇਂ ਸਾਰਾ ਰੌਲਾ ਹੀ ਲੜਾਈ ਰੇਲ ਗੱਡੀਆਂ ਨੂੰ ਲੈ ਕੇ, ਜਾਣੀ ਜੇ ਸਮਝੌਤਾ ਹੋਣਾ ਤਾਂ ਇਸ ਤੇ ਹੈ ਕਿ ਰੇਲ ਗੱਡੀਆਂ ਚੱਲਣ ਕਿ ਨਾ ਚੱਲਣ। ਕੀ ਕਿਸਾਨਾਂ ਨੇ ਅੰਗੂਠਾ ਲਾਉਣਾ ਹੈ ਰੇਲ ਗੱਡੀਆਂ ਚਲਾਉਣ ਦੇ ਉੱਤੇ? ਜਾਣੀ ਸਾਰੇ ਜਿਹੜਾ ਸੰਘਰਸ਼ ਨੂੰ ਕਿਸ ਪਾਸੇ ਵੱਲ ਨੂੰ ਜਿਹੜਾ ਕੇਂਦਰ ਵੱਲੋਂ ਬੜੀ ਚੁਸਤੀ ਦੇ ਨਾਲ ਉਹ ਰੇਲ ਗੱਡੀਆਂ ਨਾਲ ਜੋੜ ਕੇ ਗੱਲ ਕੀਤੀ ਜਾ ਰਹੀ ਹੈ। ਸਾਡਾ ਮੀਡੀਆ ਦਾ ਵੀ ਬਹੁਤ ਵੱਡਾ ਹਿੱਸਾ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਜਸਪਾਲ ਜੀ, ਬਹਿਸਾਂ ਹੋ ਰਹੀਆਂ ਕਿ ਮੁਸਾਫਰ ਗੱਡੀਆਂ ਨਹੀਂ ਚੱਲ ਰਹੀਆਂ, ਰੇਲ ਗੱਡੀਆਂ ਨਹੀਂ ਚੱਲ ਰਹੀਆਂ, ਇੰਨੇ 1000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਜਸਪਾਲ ਜੀ, ਮੈਂ ਸਵਾਲ ਲਵਾਂਗਾ, ਜਦੋਂ ਪ੍ਰਧਾਨ ਮੰਤਰੀ ਨੇ ਜਿਹੜਾ ਕਰੋਨਾ ਨੂੰ ਰੱਖਦਿਆਂ ਜਿਹੜਾ ਹੈਗਾ ਪੂਰੇ ਮੁਲਕ ਦੇ ਵਿੱਚ ਲਾਕਡਾਊਨ ਕੀਤਾ ਸੀ, ਤਾਂ ਇਸ ਮੁਲਕ ਦੇ ਲੱਖਾਂ ਲੋਕ ਪੈਦਲ ਚੱਲ ਕੇ ਇੱਕ ਸਿਰੇ ਤੋਂ ਦੂਜੇ ਸਿਰੇ 'ਚ ਪਹੁੰਚ ਗਏ। ਉਦੋਂ ਤਾਂ ਇਹ ਸਵਾਲ ਨਹੀਂ ਉੱਠਿਆ ਕਿ ਰੇਲ ਗੱਡੀਆਂ ਨਹੀਂ ਚੱਲੀਆਂ, ਲੱਖਾਂ ਕਰੋੜਾਂ ਰੁਪਏ ਦਾ ਘਾਟਾ ਪੈ ਗਿਆ। ਹੁਣ ਕਿਸਾਨੀ ਮੁੱਦੇ ਦੀ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਜੀ ਰੇਲ ਗੱਡੀਆਂ ਚਲਾਓ, ਬਹੁਤ ਵੱਡਾ ਘਾਟਾ, ਜਿਵੇਂ ਸੰਘਰਸ਼ ਦਾ ਮੂਲ ਮੁੱਦਾ ਹੀ ਰੇਲ ਗੱਡੀਆਂ ਚਲਾਉਣਾ ਜਾਂ ਨਾ ਚਲਾਉਣਾ ਹੈ। ਜਸਪਾਲ ਜੀ ਦੇਖੋ ਜਗਤਾਰ ਜੀ, ਗੱਲ ਇਹ ਹੈਗੀ ਹੈ, ਜਿਹੜੀ ਗੱਲ ਪੰਦੇਰ ਸਾਹਿਬ ਨੇ ਪਹਿਲਾਂ ਕੀਤੀ ਕਿ ਉਹ ਸ਼ਾਮਲ ਨਹੀਂ ਹੋਣਗੇ, ਦੂਜੀ ਗੱਲ ਹਰਕਮਲ ਜੀ ਨੇ ਕੀਤੀ ਹੈ ਕਿ ਇਹ ਜਿਹੜੀਆਂ ਰੇਲਾਂ ਨੇ ਸਿੱਧੀਆਂ ਸੈਂਟਰ ਦੇ ਅਧੀਨ ਨੇ। ਪੰਜਾਬ ਦੇ ਵਿੱਚ ਦੋ ਕਿਸਮ ਦੇ ਥਾਣੇ ਨੇ, ਇੱਕ ਤਾਂ ਜਿਹਦਾ ਜ਼ਿਕਰ ਕੀਤਾ ਹਰਕਮਲ ਜੀ ਨੇ, GRP ਗਵਰਨਮੈਂਟ ਰੇਲਵੇ, ਉਹ ਪੰਜਾਬ ਦੀ ਹੈ, ਤੇ ਦੂਜੀ ਹੈਗੀ RPF ਰੇਲਵੇ ਪ੍ਰੋਟੈਕਸ਼ਨ ਫੋਰਸ, ਜਿਹੜੀ ਕੇਂਦਰ ਦੇ ਅਧੀਨ ਹੈ। ਉਹਨਾਂ ਦਾ ਪੰਜਾਬ ਦੇ ਨਾਲ ਕੋਈ ਤਾਲੁਕਾਤ ਨਹੀਂ ਹੈਗਾ। ਕੁਝ ਥਾਣੇ ਜਿਹੜੇ ਨੇ ਉਹ RPF ਦੇ ਨੇ, ਕੁਝ ਥਾਣੇ ਜਿਹੜੇ ਨੇ ਉਹ GRP ਦੇ ਨੇ।
ਜਿਹਦਾ GRP ਦਾ ਹੈੱਡਕੁਆਟਰ ਪਟਿਆਲੇ ਦੇ ਵਿੱਚ ਹੀ ਹੈ, ADGP ਰੈਂਕ ਦਾ ਬੰਦਾ ਇੱਥੇ ਰਹਿੰਦਾ, ਕਈ ਵਾਰੀ IG ਰੈਂਕ ਨੂੰ ਲਾ ਦਿੰਦੇ ਨੇ, ਕਈ ਵਾਰੀ ADGP ਰੈਂਕ ਨੂੰ ਲਗਾ ਦਿੱਤੇ ਜਾਂਦੇ ਨੇ। ਹੁਣ ਜਦੋਂ ਇਸ ਮੁੱਦੇ ਤੇ ਉੱਤੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਰੇਲਾਂ ਨੇ ਉਹਨਾਂ ਰੇਲਾਂ ਨੂੰ ਮਤਲਬ ਪਹਿਲਾਂ ਚਲਾਇਆ ਜਾਵੇ, ਪੈਸੇਂਜਰ ਚਲਾਇਆ ਜਾਵੇ, ਦੂਜਾ ਮੈਂ ਇਹ ਸਮਝਦਾ ਕਿ ਇਹ ਗੱਡੇ ਨਾਲ ਕੱਟਾ ਬੰਨਣ ਵਾਲੀ ਗੱਲ ਹੈ। ਚਾਹੀਦਾ ਤਾਂ ਇਹ ਹੈ ਕਿ ਜੇ ਪਹਿਲਾਂ ਹੁਣ ਕਿਸਾਨ ਜਥੇਬੰਦੀਆਂ ਪਾਸੇ ਹੋ ਗਈਆਂ, ਤੁਸੀਂ ਪਹਿਲਾਂ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਨੂੰ ਚਲਾ ਲਓ। ਜੇ ਮਾਲ ਗੱਡੀਆਂ ਦੀ ਸਫਲਤਾ ਹੁੰਦੀ ਆ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲ ਕਰ ਲਓ। ਜਿਵੇਂ ਹੁਣ ਤੁਸੀਂ ਸੱਦਾ ਦਿੱਤਾ ਇਹਨਾਂ ਦਾ, ਜਿਵੇਂ ਭੰਦੇਰ ਸਾਹਿਬ ਨੇ ਕਿਹਾ ਕਿ ਅਸੀਂ ਨਹੀਂ ਜਾਣਾ, ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਵਿਚਾਰ ਹੈਗਾ, ਪਰ ਮਸਲਾ ਤਾਂ ਗੱਲਬਾਤ ਰਾਹੀਂ ਨਿਬੜਨਾ, ਗੱਲਬਾਤ ਰਾਹੀਂ ਜਾਇਆ ਜਾਵੇ। ਕੱਲ ਉਹ ਇਹ ਨਾ ਕਹਿਣ ਕਿ ਅਸੀਂ ਗੱਲਬਾਤ ਲਈ ਬੁਲਾਏ ਸੀ, ਆਏ ਨਹੀਂ। ਨਿਬੜਨਾ ਤਾਂ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਗੱਲਬਾਤ ਰਾਹੀਂ ਹੁੰਦਾ, ਬਿਨਾਂ ਗੱਲਬਾਤ ਤੋਂ ਤਾਂ ਗੱਲ ਨਹੀਂ ਹੋਣੀ। ਇਹ ਆਪਣਾ ਪੱਖ ਰੱਖਣ, ਉਹਨਾਂ ਦਾ ਪੱਖ ਸੁਣਿਆ ਜਾਵੇ, ਉਹ ਕਹਿੰਦੇ ਕੀ ਨੇ। ਜਦੋਂ ਕਿ ਜਿੰਨਾ ਸਾਡੇ ਦੁੱਲਾ ਬੁਲਾਰਿਆਂ ਨੇ ਕਿਹਾ ਕਿ ਇਹ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਮੈਂ ਵੀ ਮਹਿਸੂਸ ਕਰਦਾ ਕਿ ਇਹਦੇ ਵਿੱਚੋਂ ਬਹੁਤੀ ਆਸ ਨਹੀਂ ਰੱਖੀ ਜਾਣੀ, ਕਿਉਂਕਿ ਇਹ ਜਿਹੜੇ ਕਾਨੂੰਨ ਪਾਸ ਕੀਤੇ ਨੇ, ਪਹਿਲਾਂ ਤਾਂ ਕਾਨੂੰਨ ਬਣਾਉਣ ਵਾਲੇ ਜ਼ਮੀਨੀ ਪੱਧਰ ਤੋਂ ਕਿਤੇ ਦੂਰ ਨੇ, ਉਹਨਾਂ ਨੂੰ ਖੇਤੀ ਬਾਰੇ ਇੱਲ ਕੁਪਟ ਦਾ ਪਤਾ ਨਹੀਂ। ਦੂਜਾ, ਮੋਦੀ ਨੇ ਬਾਰ-ਬਾਰ ਬਿਹਾਰ ਦੇ ਵਿੱਚ ਕਿਹਾ ਕਿ ਮੈਂ ਕਿਸੇ ਵੀ ਕੀਮਤ ਦੇ ਉੱਤੇ ਨਾ 370 ਤੇ ਨਾ ਇਹ ਕਾਨੂੰਨ ਵਾਪਸ ਲੈਣੇ ਨੇ। ਸ਼ਾਇਦ ਇਹੀ ਖਦਸ਼ਾ ਭੰਦੇਰ ਸਾਹਿਬ ਨੇ ਪ੍ਰਗਟਾਇਆ ਹੋਣਾ ਕਿ ਜਦੋਂ ਉਹਨੇ ਵਾਪਸ ਨਹੀਂ ਲੈਣੇ ਫਿਰ ਗੱਲਬਾਤ ਦਾ ਫਾਇਦਾ ਕੀ। ਪਰ ਫਿਰ ਵੀ ਮੈਂ ਮਹਿਸੂਸ ਕਰਦਾ ਕਿ ਗੱਲ ਹੋਣੀ ਚਾਹੀਦੀ ਹੈ, ਭਾਵੇਂ ਜਿਹੜਾ ਵੀ ਹੈ। ਜੇ ਕਿਸਾਨਾਂ ਨੇ ਸੰਘਰਸ਼ ਇੱਥੋਂ ਤੱਕ ਲੈ ਕੇ ਗਏ, ਰਾਸ਼ਟਰੀ ਲੋਕਾਂ ਦੇ ਵਿੱਚ ਛੁਪਣ ਨਹੀਂ ਦਿੱਤਾ, ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਨਰਿੰਦਰ ਮੋਦੀ ਦੀ ਸਰਕਾਰ ਥੋੜੀ ਬਹੁਤੀ ਗੱਲਬਾਤ ਕਰਨ ਵਾਸਤੇ ਤਿਆਰ ਹੋਈ ਹੈ। ਉਹ ਆਗੂ ਜਿਹੜੀ ਇਹਨਾਂ ਨੇ ਭਾਜਪਾ ਨੇ ਕਮੇਟੀ ਬਣਾਈ ਵੀ ਹੈ, ਜਿਹੜੇ ਕਿਸਾਨਾਂ ਨੂੰ ਰੜਕਦੇ ਨੇ, ਉਹਨਾਂ ਆਗੂਆਂ ਨੂੰ ਕਈਆਂ ਨੂੰ ਵਿੱਚ ਪਾਇਆ। ਜਦੋਂ ਸੁਰਜੀਤ ਗਿਆਨੀ ਵਰਗੇ ਆਗੂ ਨੇ ਕਿਹਾ, ਜਿਹਦਾ ਬਹੁਤ ਪੁਰਾਣਾ ਤਾਲੁਕਾਤ ਹੈ, ਫਾਜ਼ਿਲਕਾ ਬਣਾਉਣ ਦੇ ਵਿੱਚ ਸੁਰਜੀਤ ਗਿਆਨੀ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ, ਧਰਨੇ ਤੇ ਬੈਠ ਗਏ ਸੀ। ਉਹਨਾਂ ਨੇ ਜਦੋਂ ਕਿਹਾ ਕਿ ਤੁਸੀਂ ਗੱਲਬਾਤ ਕਰੋ, ਰਾਜਨਾਥ ਸਿੰਘ ਹੋਰਾਂ ਨੇ, ਇਹ ਜਿਹੜੇ ਹੁਣ ਦੂਜੇ ਨਰਿੰਦਰ ਤੋਮਰ ਜੀ ਨੇ, ਨਰਿੰਦਰ ਤੋਮਰ ਤਾਂ ਇਹ ਕਹਿ ਰਹੇ ਵੀ ਸਾਡੀ ਇਸ ਤੋਂ ਸਿਵਾਏ ਕੋਈ ਗੱਲ ਹੀ ਨਹੀਂ। ਇੱਕ ਵਾਰੀ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤਾਂ ਕਿ ਕੱਲ੍ਹ ਨੂੰ ਸਾਡੇ ਤੇ ਦੋਸ਼ ਨਾ ਮੜਨ ਕਿ ਕਿਸਾਨ ਸਾਡੇ ਕੋਲੇ ਗੱਲਬਾਤ ਵਾਸਤੇ ਨਹੀਂ ਆਉਂਦੇ। ਗੱਲਬਾਤ ਦਾ ਸੱਦਾ ਇਹ ਕੋਈ ਗੱਲ ਨਹੀਂ ਹੈ ਕਿ ਪਹਿਲੀ ਵਾਰ ਜੇ ਇਹ ਕੱਲ੍ਹ ਨੂੰ ਚਲੇ ਜਾਣਗੇ ਤੇ ਜਿਹੜੇ ਕਾਨੂੰਨ ਰੱਦ ਕਰਾ ਕੇ ਮੁੜੇ ਆਉਣਗੇ, ਅਜਿਹੀ ਕੋਈ ਗੱਲ ਨਜ਼ਰ ਨਹੀਂ ਆਉਂਦੀ। ਮੈਨੂੰ ਲੱਗਦਾ ਕਿ ਇਹ ਸੰਘਰਸ਼ ਲੰਬਾ ਚੱਲੇਗਾ, ਔਰ ਜੇ ਉਹ ਆਪਣੀ ਗੱਲ ਤੋਂ ਟੱਸ ਤੋਂ ਮਸ ਨਹੀਂ ਹੁੰਦੇ ਤਾਂ ਕਿਸਾਨਾਂ ਨੂੰ ਆਪਣੇ ਸੰਘਰਸ਼ ਦੀ ਕੀ ਰੂਪ ਰੇਖਾ ਦੇਣੀ ਹੈ, ਉਹਦੇ ਲਈ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਹੈ। ਦਿੱਲੀ ਵਾਲਿਆਂ ਕੋਈ ਲੰਬੀ ਚੌੜੀ ਆਸ ਰੱਖਣੀ ਮੈਂ ਸਮਝਦਾ ਨਹੀਂ। ਜੇ ਅੱਜ ਇਹ ਮੋਦੀ ਅੜੀਅਲ ਸੁਭਾਅ ਦਾ ਬੰਦਾ ਹੈਗਾ, ਇਸ ਅੜੀਅਲ ਸੁਭਾਅ ਦੇ ਵਿੱਚ ਜਿਵੇਂ ਉਹਦਾ ਯਾਰ ਸੀ ਨਾ ਬੈਸਟ ਫਰੈਂਡ ਟਰੰਪ, ਉਹਦੇ ਨਾਲ ਜੋ ਵਾਪਰਿਆ ਉਹ ਆਪਾਂ ਦੇਖ ਲਿਆ। ਤੁਸੀਂ ਹਰਕਮਲ ਜੀ ਦੇਖਿਆ ਹੋਊਗਾ ਕਿ ਜਦੋਂ ਤੋਂ ਟਰੰਪ ਹਾਰਿਆ ਉਦੋਂ ਬਾਅਦ ਇਹਨਾਂ ਨੇ ਡੋਰੇ ਚੀਨ ਵੱਲ ਨੂੰ ਸੁੱਟਣੇ ਸ਼ੁਰੂ ਕਰਤੇ। ਹੁਣ ਕਹਿੰਦੇ ਜੀ ਪਾਸੇ ਹੋ ਜਾਣਗੀਆਂ ਸਾਰੀਆਂ ਫੌਜਾਂ। ਕਿਤੇ ਸਾਰੇ ਮੀਡੀਆ ਨੇ ਇਹ ਗੱਲ ਫੈਲਾਈ ਵੀ ਸੀ ਕਿ ਚੀਨ ਦਾ ਠੋਕ ਦਿਆਂਗੇ, ਔ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਢਿਮਕਾ ਕਰ ਦਿਆਂਗੇ। ਮਤਲਬ ਇਹ ਸਾਰੇ ਦਾ ਸਾਰਾ ਚੀਜ਼ ਜਿਹੜੀ ਪਰੋਸੀ ਜਾ ਰਹੀ ਹੈ ਉਸ ਤੋਂ ਕੋਹਾਂ ਦੂਰ ਹੈ। ਇਸ ਕਰਕੇ ਮੈਂ ਤਾਂ ਭੰਦੇਰ ਸਾਹਿਬ ਨੂੰ ਬੇਨਤੀ ਕਰਦਾ ਕਿ ਫੈਸਲਾ ਉਹਨਾਂ ਨੇ ਆਪਦੀ ਜਥੇਬੰਦੀ ਹੈ, ਉਹਨਾਂ ਨੇ ਲੈਣਾ ਹੈਗਾ, ਪਰ ਇੱਕ ਵਾਰੀ ਦੇਖਣਾ ਚਾਹੀਦਾ ਹੈ ਕਿ ਉਹ ਕਹਿਣਾ ਕੀ ਚਾਹੁੰਦੇ ਨੇ, ਕੀ ਕਰਾਉਣਾ ਚਾਹੁੰਦੇ ਨੇ, ਕੀ ਵਕਤੀ ਤੌਰ ਤੇ ਕੁਝ ਵਾਸਤੇ ਇਹ ਕਾਨੂੰਨ ਰੋਕੇ ਜਾ ਸਕਦੇ ਆ ਕਿ ਅਜੇ ਪੰਜਾਬ, ਹਰਿਆਣਾ ਤੇ ਯੂਪੀ ਦੇ ਵਿੱਚ ਲਾਗੂ ਨਾ ਕੀਤੇ ਜਾਣ। ਕੋਈ ਪਤਾ ਨਹੀਂ ਕਿਹੜੀ ਗੱਲ ਹੋਣੀ ਹੈ। ਜੇ ਚਿੱਠੀਆਂ, ਜਿਹੜੀ ਗੱਲ ਹਰਕਮਲ ਜੀ ਨੇ ਕੀਤੀ ਹੈ, ਮੈਂ ਸਹਿਮਤ ਹਾਂ ਕਿ ਚਿੱਠੀ ਤਾਂ ਸੁਖਬੀਰ ਸਿੰਘ ਬਾਦਲ ਨੇ ਵੀ ਤੋਮਰ ਦੀਆਂ 3-4 ਵਾਰੀ ਦਿਖਾਤੀਆਂ ਵੀ ਆਹ ਦੇਖੋ ਜੀ ਮੈਨੂੰ ਚਿੱਠੀ ਆ ਗਈ ਹੈ। ਜਦੋਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ, ਉਹਨਾਂ ਕਾਨੂੰਨਾਂ 'ਚ ਤਰਮੀਮ ਨਹੀਂ ਹੁੰਦੀ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਜਥੇਬੰਦੀਆਂ ਕਿਸੇ ਸੰਤੁਸ਼ਟੀ ਵਾਲੇ ਪਾਸੇ ਤੁਰਨਗੀਆਂ। ਓਕੇ, ਥੈਂਕ ਯੂ। ਜਿਸ ਮੁੱਦੇ ਤੇ ਤੁਸੀਂ ਚਰਚਾ ਕਰ ਰਹੇ ਹੋ ਜਸਪਾਲ ਜੀ, ਮੈਂ ਫਿਰ ਵੀ ਇਸ ਮੁੱਦੇ ਤੇ ਸਵਾਲ ਲਵਾਂਗਾ। ਭੰਦੇਰ ਸਾਹਿਬ, ਜਿਹੜਾ ਇੱਕ ਸਵਾਲ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਕੀ ਲੱਗਦਾ ਹੈ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਉਹਨੂੰ ਲੀਹੋਂ ਲਾਉਣ ਦੇ ਲਈ ਜਿਹੜਾ ਹੈਗਾ ਉਹੀ ਰੇਲ ਪਟੜੀ ਇਸਤੇਮਾਲ ਕੀਤੀ ਜਾ ਰਹੀ ਹੈ, ਜਿਸ ਰੇਲ ਪਟੜੀ ਦਾ ਕੇਂਦਰ ਜ਼ਿਕਰ ਕਰ ਰਿਹਾ ਵਾਰ-ਵਾਰ। ਤੁਸੀਂ ਕਹਿੰਦੇ ਆ ਕਿ ਰੇਲ ਪਟੜੀਆਂ ਖਾਲੀ ਹੈ, ਕਿਸਾਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਰੁਕਾਵਟ ਨਹੀਂ ਖੜੀ ਕੀਤੀ ਜਾ ਰਹੀ। ਕੇਂਦਰ ਬਾਰ-ਬਾਰ ਜਿਹੜਾ ਇਹੀ ਗੱਲ, ਜਾਣੀ ਮੀਡੀਆ ਦੇ ਅੰਦਰ ਵੀ ਦੋਨਾਂ ਸਰਕਾਰਾਂ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ, ਇਹ ਮਾਹੌਲ ਬਣਾ ਰਹੀਆਂ ਕਿ ਜੀ ਬਹੁਤ ਵੱਡਾ ਮੁੱਦਾ ਹੈ ਇਸ ਵੇਲੇ ਰੇਲਵੇ ਚੱਲਣੀਆਂ ਜਾਂ ਨਾ ਚੱਲਣੀਆਂ।
ਕੀ ਲੱਗਦਾ ਹੈ ਕਿਸਾਨੀ ਸੰਘਰਸ਼ ਨੂੰ ਹੋਰ ਪਾਸੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੈਨੂੰ ਲੱਗਦਾ ਪਹਿਲੀ ਵਾਰ ਨਹੀਂ ਉਹ ਕਰ ਰਹੇ। ਉਹ ਲਗਾਤਾਰ ਜਦੋਂ ਕੋਈ ਪ੍ਰਧਾਨ ਮੰਤਰੀ ਜੀ ਬੋਲਦੇ ਆ, ਕੇਂਦਰ ਦਾ ਵਜ਼ੀਰ ਬੋਲਦਾ ਵਾ, ਪ੍ਰਚਾਰ ਮਾਧਿਅਮਾਂ 'ਚ ਉਹਦੀ ਪ੍ਰਤੀਕਿਰਿਆ ਬਹੁਤ ਜ਼ੋਰ ਨਾਲ ਹੁੰਦੀ ਆ ਤੇ ਉਹ ਮੁੱਦਿਆਂ ਤੋਂ ਧਿਆਨ ਭਟਕਾਉਂਦੇ ਆ। ਇੱਕ ਕਾਵਾਂ ਰੌਲੀ ਵੀ ਪੈਂਦੀ ਆ, ਬੰਦੇ ਦਾ ਸੋਚਣ ਦਾ ਨਜ਼ਰੀਆ ਬਦਲ ਜਾਂਦਾ ਵਾ ਵੀ ਜਿਵੇਂ ਕਿਸਾਨ ਮਜ਼ਦੂਰ ਲਹਿਰ ਪੀੜਤ ਨਾ ਹੋਵੇ, ਸ਼ਾਇਦ ਇਹ ਦੂਜੇ ਪਾਸੇ ਨੂੰ ਵੇਂਦੇ ਆ ਉਹ ਸਾਨੂੰ। ਤੋ ਜਿਹੜਾ 370 ਦੀ ਗੱਲ ਸੀ, ਮੈਂ ਇਹਦੇ ਨਾਲ ਇਹ ਵੀ ਜੁੜਦੀ ਸੀ। 370 ਦਾ ਕਿਸਾਨ ਮਜ਼ਦੂਰ ਅੰਦੋਲਨਾਂ ਕੋ ਬਹੁਤਾ ਲੈਣਾ ਦੇਣਾ ਨਹੀਂ, ਇਹ ਵੀ ਫਿਰਕੂ ਪੱਤਾ ਸੀਗਾ, ਖੇਡਦੇ ਹੁੰਦੇ ਆ ਵੀ ਜਿਵੇਂ ਇੱਕ ਬਹੁ ਗਿਣਤੀ ਹਿੰਦੂ ਭਾਈਚਾਰਾ ਸਾਡਾ ਕਿਸਾਨ ਦੇ ਕਿੱਤੇ 'ਚ ਕਰਦਾ, ਉਹਨਾਂ ਦੇ ਮਨਾਂ ਅੰਦਰ ਪਹਿਲੋਂ ਕਸ਼ਮੀਰੀਆਂ ਪ੍ਰਤੀ ਨਫ਼ਰਤ ਪੈਦਾ ਕੀਤੀ ਗਈ। ਫਿਰ ਇਹਨਾਂ ਨੂੰ IS ਸਪੋਰਟ ਕਰਦੀ ਆ, ਇਹ ਜੀ ਖਾੜਕੂਵਾਦ ਕਰਦੇ ਆ ਤੇ ਉਹਨਾਂ ਕਸ਼ਮੀਰ ਨੂੰ ਕੁੱਟ ਕੇ ਖੁਸ਼ ਕੀਤਾ ਦੇਸ਼ ਦੇ ਮੁਲਕ ਨੂੰ, ਜਿਸ ਕਿਸਮ ਦੀ ਸੋਚ ਡਿਵੈਲਪ ਕਰ ਲਈ ਗਈ ਹੈ। ਤੇ ਸਾਨੂੰ ਉਹਦੇ ਨਾਲ ਜੋੜਨਾ ਇਸ ਗੱਲੋਂ ਸੀਗਾ ਵੀ ਜਿਹੜਾ ਬਹੁਤਾਂਤ ਹਿੰਦੂ ਤਬਕਾ ਜਿਹੜਾ ਕਿਸਾਨੀ ਖੇਤੀ ਕਰਦਾ, ਜਦੋਂ ਅਸੀਂ ਗੱਲ ਫਸਲਾਂ ਦੇ ਖਰੀਦ ਦੀ ਕਰਦੇ ਹਾਂ, ਜਦੋਂ ਅਸੀਂ ਗੱਲ ਕਿਸਾਨੀ ਦੇ ਕਰਜ਼ੇ ਦੀ ਕਰਦੇ ਹਾਂ, ਉਹਦਾ ਦਿਲ ਸਾਡੇ ਨਾਲ ਧੜਕਦਾ। ਉਹ ਫਿਰ ਸਾਨੂੰ ਧਰਮ ਕਰਕੇ ਨਹੀਂ ਵੇਂਦਾ, ਕਿੱਤੇ ਕਰਕੇ ਦਿਖਦਾ। ਉਹਦੇ ਨਾਲੋਂ ਸਾਨੂੰ ਨਿਖੇੜਨਾ ਕਿਵੇਂ ਸੀ, ਇਸ ਕਰਕੇ 300 ਧਾਰਾ ਨਾਲ ਜੋੜਿਆ ਗਿਆ ਸੀਗਾ ਸਾਨੂੰ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਜੀ ਪਿੰਦਰ ਸਾਹਿਬ, ਤੁਸੀਂ ਅਹਿਮ ਮੁੱਦੇ ਤੇ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ। ਮੇਰੀ ਮਜਬੂਰੀ ਹੈ ਕਿ ਛੋਟੀ ਜਿਹੀ ਬ੍ਰੇਕ ਦੀ, ਮੈਂ ਵਾਪਸ ਆ ਰਿਹਾ ਲੈ ਲਿਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਵਾਪਸ। ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਜਿਹੜਾ ਦਿੱਤਾ ਸੱਦਾ, ਕਿੰਨਾ ਕੁ ਸਾਰਥਕ ਹੈ? ਇਹਨਾਂ ਮੁੱਦਿਆਂ ਤੇ ਲਵਾਂਗੇ ਸਵਾਲ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਰਮਨ ਕੈਂਸਰ ਸੁਸਾਇਟੀ ਹੁਣ ਆ ਰਹੇ ਨੇ ਤੁਹਾਡੇ ਆਪਣੇ ਚੈਨਲ ਪੰਜਾਬੀ ਤੇ। ਉਹ ਕਿਹੜੀ ਬਿਮਾਰੀ ਜਿਹਦਾ ਇਲਾਜ ਨਹੀਂ। 25 ਸਾਲਾਂ ਤੋਂ ਕੈਂਸਰ ਦੇ 90% ਮਰੀਜ਼ਾਂ ਨੂੰ ਕੀਤਾ ਤੰਦਰੁਸਤ। ਰਾਜਪਾਲ ਵੱਲੋਂ ਸਨਮਾਨਿਤ ਡਾਕਟਰ ਹਰਪਿੰਦਰ ਸਿੱਧੂ ਕੋਲ ਹੈ ਹਰ ਬਿਮਾਰੀ ਦਾ ਹੱਲ। ਬਿਮਾਰੀ ਤੋਂ ਬਚਣ ਦਾ ਇੱਕੋ ਇੱਕ ਨਾਮ, ਰਮਨ ਕੈਂਸਰ ਸੁਸਾਇਟੀ। ਨਜ਼ਰਿਆ ਜੀ ਜਿਹੜੇ ਦਰਸ਼ਕਾਂ ਦਾ ਸਵਾਗਤ। ਪੰਦੇਵ ਜੀ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ ਕਿ ਕਿਸਾਨੀ ਸੰਘਰਸ਼ ਨੂੰ ਜਿਹੜਾ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕੇਂਦਰ ਦੇ ਬੱਸ 'ਚ ਨਜ਼ਰ ਨਹੀਂ ਆ ਰਿਹਾ। ਜਿੱਦਾਂ ਮੇਰੇ ਸੀਨੀਅਰ ਜਰਨਲਿਸਟ ਦੋਸਤਾਂ ਨੇ ਕਿਹਾ ਕਿ ਜਿੱਦਾਂ ਦਾ ਕੇਂਦਰ ਦਾ ਵਤੀਰਾ ਗੱਲਬਾਤ ਤਾਂ ਸ਼ਾਮਲ ਹੋਣਾ ਚਾਹੀਦਾ ਹੈ, ਪਰ ਜੇ ਲੰਬੇ ਸੰਘਰਸ਼ ਦੀ ਗੱਲ ਤੁਰਦੀ ਹੈ ਪੰਦੇਰ ਸਾਹਿਬ, ਜਿੱਦਾਂ ਦਾ ਤੁਸੀਂ ਵੀ ਕਹਿ ਰਹੇ ਹੋ ਕਿ ਮੂਡ ਹੈਗਾ ਵੀ ਅਜੇ ਗੱਲਬਾਤ ਦੇ ਰਾਹੀਂ ਕੁਝ ਨਤੀਜੇ ਆਉਂਦੇ ਆ ਕਿ ਨਹੀਂ ਆਉਂਦੇ। ਪਿੱਛੇ 50 ਦਿਨ ਤੋਂ ਲੰਬਾ ਸਮਾਂ ਨਿਕਲ ਗਿਆ ਸੰਘਰਸ਼ ਦੇ ਰਾਹ ਪਿਆ। ਕਿਸਾਨੀ ਇਸ ਲੰਬੇ ਸੰਘਰਸ਼ ਲਈ ਤਿਆਰ ਹੈ? ਦੇਖੋ ਜੀ, ਜਿਹੜੀ ਪਹਿਲੀ ਗੱਲ ਰੇਲ ਟਰੈਕਾਂ ਦੀ ਮੈਂ ਉਹ ਵੀ ਸਾਫ਼ ਕਰਦਾ। ਇਹੀ ਗੱਲ ਰੇਲ ਟਰੈਕਾਂ ਨਾ ਵਾ ਵੀ ਹੁਣ ਗੱਲ ਨੂੰ ਖਿੱਚ ਕੇ ਲਿਆ ਕੇ ਵੀ ਪੰਜਾਬ ਦੇ ਵਿੱਚ ਜੇ ਕੋਈ ਆਰਥਿਕ ਨਾਕੇਬੰਦੀ ਹੋਈ ਆ, ਉਹਦੇ ਲਈ ਨਾ ਕੇਂਦਰ ਨੂੰ ਜ਼ਿੰਮੇਵਾਰ ਨਾ ਸਮਝ ਕੇ ਮਤਲਬ ਕਿਸਾਨਾਂ ਤੇ ਜ਼ਿੰਮੇਵਾਰੀ ਆਵੇ। ਇਹਦੇ ਪਾਸੇ ਹੁਣ ਪ੍ਰਚਾਰ ਮਾਧਿਅਮਾਂ ਜਿਹੜਾ ਇੱਕ ਹਿੱਸਾ ਵਾ, ਜਿਹੜਾ ਕਾਰਪੋਰੇਟ ਪੱਖੀ ਆ, ਉਹਦਾ ਜ਼ੋਰ ਲੱਗਿਆ ਹੋਇਆ ਵਾ। ਸੋ ਇਹ ਪੱਖ ਕਰਕੇ ਸਾਨੂੰ ਇੱਧਰ ਜੋੜਿਆ ਜਾ ਰਿਹਾ। ਮੈਨੂੰ ਸਵਾਲ ਰਿਪੀਟ ਕਰ ਦਿਓ, ਮੈਂ ਥੋੜਾ ਨਿਕਲ ਗਿਆ, ਕਿਹੜਾ ਕੀਤਾ ਸੁਣਿਆ। ਪੰਦੇਰ ਸਾਹਿਬ, ਸਵਾਲ ਆਪਾਂ ਇਹ ਕਰ ਰਹੇ ਹਾਂ ਕਿ ਕੇਂਦਰ ਨੇ ਜਿਹੜੀਆਂ ਇਸ ਵੇਲੇ ਪਰਿਸਥਿਤੀਆਂ ਪੈਦਾ ਕੀਤੀਆਂ ਹੈ, ਤੁਸੀਂ ਵੀ ਕਹਿ ਰਹੇ ਹੋ, ਸਾਡੇ ਸੀਨੀਅਰ ਜਰਨਲਿਸਟਾਂ ਨੇ ਵੀ ਇਹ ਗੱਲ ਕਹੀ ਹੈ, ਜੇ ਸਥਿਤੀ ਇੱਥੇ ਆ ਕੇ ਖੜੀ ਹੁੰਦੀ ਹੈ, ਗੱਲਬਾਤ ਦੇ ਸਿੱਟੇ ਨਿਕਲਦੇ ਆ ਸਾਰੇ, ਅਸੀਂ ਉਮੀਦ ਕਰਦੇ ਹਾਂ ਕਿ ਚੰਗੇ ਨਿਕਲਣ, ਪਰ ਕੀ ਲੱਗਦਾ ਹੈ ਕਿ ਸਾਨੂੰ ਲੰਬੀ ਲੜਾਈ ਲੜਨ ਲਈ ਜਿਹੜਾ ਕਿ ਕਿਸਾਨ ਜਥੇਬੰਦੀਆਂ ਤਿਆਰ ਹੈ, ਲੰਬਾ ਸੰਘਰਸ਼ ਕਰਨਾ ਪੈਂਦਾ ਤਾਂ? ਹਾਂ, ਮੈਂ ਕਹਿੰਦਾ ਹੁਣ 50 ਦਿਨ ਦੀ ਗੱਲ ਆ ਗਈ। 50 ਦਿਨ ਨਹੀਂ, ਇਹ 500 ਦਿਨ ਤੇ 5000 ਦਿਨ ਦੀ ਲੜਾਈ ਵੀ ਚੱਲ ਸਕਦੀ ਹੈ। ਵੱਡਾ ਇਸ਼ੂ ਨਹੀਂ ਹੈਗਾ। ਸਾਡੇ ਕੋਲੇ ਬਦਲਵਾਂ ਆਪਸ਼ਨ ਕੋਈ ਨਹੀਂਗਾ। ਜਦੋਂ ਸਾਨੂੰ ਲੋਕ ਕਹਿੰਦੇ ਵੀ ਕੀ ਬਣੂ, ਬਦਲਵੇਂ ਆਪਸ਼ਨ ਸਰਕਾਰ ਕੋਲ ਆ। ਜਿਨ੍ਹਾਂ ਦੀ ਆਖਰੀ ਤੇ ਅੰਤਮ ਲੜਾਈ ਹੋਵੇ ਕਿਸੇ ਅੰਦੋਲਨ 'ਚ, ਉਦੋਂ ਬਾਅਦ ਉਹ ਕਿੱਤੇ ਵਾਲੇ ਰਹਿ ਨਾ ਜਾਣ, ਮੁਜ਼ਾਹਰੇ ਜਾਂ ਮਜ਼ਦੂਰ ਬਣ ਜਾਣ, ਉਹਨਾਂ ਕੋਲੇ ਨਹੀਂ ਆਪਸ਼ਨਾਂ ਬਚਦੀਆਂ ਹੁੰਦੀਆਂ। ਉਹ ਤਾਂ ਹੁਣ ਸਿੱਧੇ ਹੋਏ ਡੂ ਐਂਡ ਡਾਈਟ ਤੇ ਕਰਦੇ ਹੁੰਦੇ ਵੀ ਠੀਕ ਹੈ, ਜਾਂ ਕਰੋ ਜਾਂ ਮਰੋ। ਮੌਤ ਇਸ ਤੋਂ ਬਾਅਦ ਵੀ ਸਾਨੂੰ ਉਡੀਕ ਰਹੀ ਆ, ਉਹ ਕੁੱਤੇ ਵਾਲੀ ਆ। ਅਸੀਂ ਕੁੱਤੇ ਵਾਲੀ ਮੌਤ ਨਹੀਂ ਮਰਨਾ ਚਾਹੁੰਦੇ। ਪੰਜਾਬ ਦਾ ਆਪ ਦਾ ਵਿਰਸਾ ਵਾ, ਪੰਜਾਬ ਦਾ ਆਪ ਦਾ ਲੜਾਕੂ ਤੰਤਰ ਆ। ਅਣਖ ਵਾਲੀ ਮੌਤ ਮਰਨਾ ਚਾਹੁੰਦੇ ਆ ਵੀ ਠੀਕ ਆ, ਸਰਕਾਰ ਤਗੜੀ ਆ, ਜੇ ਤਗੜੇ ਨੇ ਮੋਦੀ ਸਾਹਿਬ, ਉਹਨਾਂ ਦੇ ਮਗਰ ਕਾਰਪੋਰੇਟ ਘਰਾਣੇ ਨੇ। ਅਸੀਂ ਮੰਨਦੇ ਸਰਕਾਰਾਂ ਵੱਡੀਆਂ ਹੁੰਦੀਆਂ, ਠੀਕ ਆ, ਸਾਨੂੰ ਮਾਰ ਕੇ ਲਈ ਜਾਂਦੀਆਂ, ਜ਼ਮੀਨਾਂ ਲੈ ਲੈਣ, ਮਾਰ ਕੇ ਮੰਡੀ ਤੋੜੀ ਜਾਂਦੀ ਆ, ਲੈ ਜਾਣ। ਮਤਲਬ ਆਪਾਂ ਅੰਤਮ ਸਵਾਸਾਂ ਤੱਕ ਲੜਾਂਗੇ। ਇਸੇ ਕਰਕੇ ਸਾਨੂੰ ਲੱਗਦਾ ਵੀ ਹਜੇ ਇਹ ਦੌਰ ਤਾਂ ਬਹੁਤ ਹੋਣਗੇ, ਠੀਕ ਹੈ ਜੀ।
ਮੋਦੀ ਸਰਕਾਰ ਹਜੇ ਕੱਲ ਗੱਲਬਾਤ ਤਾਂ ਸਿਰਫ ਇਸ ਕਰਕੇ ਵੀ ਪ੍ਰਚਾਰ ਮਾਧਮਾਂ 'ਚ ਇੱਕ ਪੰਜਾਬ ਨੂੰ ਨਹੀਂ, ਦੇਸ਼ ਦੇ ਦੂਜੇ ਹਿੱਸੇ ਨੂੰ ਵਿਖਾਲਿਆ ਜਾ ਸਕੇ ਵੀ ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਗੱਲ ਲੈ ਕੇ ਜਾਈ ਜਾ ਸਕੇ। ਠੀਕ ਹੈ, ਇਸ ਕਰਕੇ ਮੈਂ ਤਾਂ ਪਹਿਲੋਂ ਕਹਿਤਾ ਵੀ ਜੇ ਕੋਈ ਭਰਾ ਸਾਡੇ ਜਾ ਰਹੇ ਸਾਨੂੰ ਉਹਨਾਂ ਇਤਰਾਜ਼ ਕੋਈ ਨਹੀਂਗਾ। ਇਹ ਦੋਵੇਂ ਪੱਖ ਸਾਹਮਣੇ ਆ ਜਾਣੇ ਆ, ਨਹੀਂ ਜਾ ਰਹੇ ਕਿਉਂ ਨਹੀਂ ਜਾ ਰਹੇ, ਜਾ ਕੇ ਕੇਂਦਰ ਦਾ ਨਕਾਬ ਨੰਗਾ ਹੋਊਗਾ, ਇਹ ਵੀ ਸਾਡੇ ਸਾਹਮਣੇ ਆ ਜਾਣਾ। ਤੇ ਇਸ ਕਰਕੇ ਗੱਲਬਾਤ ਤੋਂ ਨਾ ਤਾਂ ਕਦੀ ਭੱਜਦੇ ਆ ਨਾ ਖੇੜਿਆ। ਅਜੇ ਕੇਂਦਰ ਗੱਲਬਾਤ ਲਈ ਸੀਰੀਅਸ ਹੀ ਨਹੀਂ ਹੈਗਾ। ਗੱਲਬਾਤ ਦੇ ਵਿੱਚ ਵੱਡਾ ਡਿੱਕਾ ਤੁਸੀਂ ਵੇਖ ਲਓ ਗੱਡੀਆਂ ਵਾਲਾ ਆ ਜਾਣਾ ਵਾ ਵੀ ਅਸੀਂ ਮਾਲ ਗੱਡੀਆਂ ਚਲਾ ਦਿੰਦੇ ਆ ਜੀ। ਮੈਂ ਤਾਂ ਕਈ ਵਾਰੀ ਬਹੁਤ ਸਾਰੇ ਸਾਨੂੰ ਵਪਾਰੀ ਵੀ ਗੱਲਾਂ ਆਉਂਦੀਆਂ ਵੀ ਇੱਕ ਵਾਰੀ ਪੈਸੇਂਜਰ ਚੱਲਣ ਲੈਣ ਦਿਓ, ਕੋਈ ਫਰਕ ਪੈਂਦਾ ਵਾ ਜੇ ਮਾਲ ਗੱਡੀ ਚੱਲ ਜੇ। ਮੈਂ ਕਿਹਾ ਤੁਹਾਡੀ ਇਸ ਪੱਖ ਤੋਂ ਦਲੀਲ ਠੀਕ ਹੈ, ਚੱਲ ਜੇ ਕੱਲ ਕੇਂਦਰ ਇਹ ਕਿਤੇ ਕਹਿ ਦੇਵੇ ਵੀ ਤੁਸੀਂ ਗੱਡੀਆਂ ਤਾਂ ਚਲਾਵਾਂਗੇ ਜੇ ਖੇਤੀ ਕਾਨੂੰਨ ਮੰਨ ਲਓ, ਫਿਰ ਕੀ ਤਰਕ ਹੋਊਗਾ? ਫਿਰ ਇੱਥੋਂ ਤੱਕ ਆ ਜਾਈਏ ਵੀ ਠੀਕ ਹੈ ਖੇਤੀ ਕਾਨੂੰਨ ਲਾਗੂ ਕਰ ਲਓ ਤੇ ਇੱਕ ਵਾਰੀ ਰੇਲਾਂ ਚਲਾ ਲਈਏ ਤੇ ਫਿਰ ਰੇਲਾਂ ਤੇ ਆ ਜਾਾਂਗੇ। ਮਤਲਬ ਜਿੱਥੋਂ ਤੱਕ ਤੁਸੀਂ ਬਲੈਕਮੇਲ ਹੋਗੇ ਅਗਲੇ ਕਰ ਲੈਣਗੇ ਤੁਹਾਨੂੰ। ਸਾਨੂੰ ਪੰਜਾਬੀਆਂ ਨੂੰ ਇਹਨਾਂ ਹਾਲਾਤਾਂ ਲਈ ਵੀ ਤਿਆਰ ਰਹਿਣਾ ਚਾਹੀਦਾ ਵੀ ਜੇ ਹਾਲਾਤ ਜਿਉਂ ਵੀ ਰਹੇ ਤਾਂ ਸਾਨੂੰ ਇਸ ਤਰੀਕੇ ਨਾਲ ਲੜਨਾ ਵੀ ਪੈਣਾ ਤੇ ਜੀਣਾ ਵੀ ਪੈਣਾ। ਪੰਦੇਰ ਸਾਹਿਬ, ਜਿਹੜਾ ਮੈਂ ਅੱਗੇ ਸਵਾਲ ਲਵਾਂਗਾ, ਇੱਕ ਛੋਟਾ ਜਿਹਾ ਸਵਾਲ, ਬੜਾ ਅਹਿਮ ਸਵਾਲ ਹੈ ਕਿਉਂਕਿ ਤੁਸੀਂ ਉਹ ਲੜਾਈ ਦੇ ਆਗੂਓਂ ਮੋਹਰੀ ਹੋ। ਮੈਂ ਦੇਖ ਰਿਹਾ ਕਿ ਤੁਸੀਂ ਸਮੁੱਚੇ ਪੰਜਾਬ 'ਚ ਲੜ ਰਹੇ ਹੋ, ਪਰ ਮਾਝੇ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਵੱਡੀ ਗਿਣਤੀ 'ਚ ਤੁਹਾਡੇ ਸੰਘਰਸ਼ਾਂ 'ਚ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਧੀਆਂ ਵੀ ਪਾਰਟਿਸਿਪੇਟ ਕਰ ਰਹੀਆਂ। ਮੈਂ ਪਹਿਲਾ ਸੰਘਰਸ਼ ਦੇਖ ਰਿਹਾ ਆਪਣੇ ਜਰਨਲਿਜ਼ਮ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ ਕਿ ਇੰਨੀ ਵੱਡੀ ਗਿਣਤੀ 'ਚ ਸਾਡੀਆਂ ਔਰਤਾਂ ਜਿਹੜੀਆਂ ਸੰਘਰਸ਼ 'ਚ ਆਈਆਂ। ਇਸ ਬਾਰੇ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਕੀ ਵਜ੍ਹਾ ਹੈਗੀ ਹੈ ਕਿ ਪੰਜਾਬ ਦੇ ਵਿੱਚ ਔਰਤਾਂ ਵੀ ਬਹੁਤ ਵੱਡੀ ਗਿਣਤੀ 'ਚ ਸੰਘਰਸ਼ 'ਚ ਕੁੱਦੀਆਂ। ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਦੇਖਣ ਨੂੰ ਮੌਕਾ ਮਿਲ ਰਿਹਾ। ਆ ਦੇਖੋ, ਜਦੋਂ ਤੱਕ ਸਾਡੀਆਂ ਮਾਵਾਂ ਭੈਣਾਂ ਧੀਆਂ ਦਾ ਸਵਾਲ ਹੋਵੇ, ਮੈਨੂੰ ਇਹ ਕਹਿਣਾ ਵਾ ਵੀ ਸਾਡੀ ਗੱਲ ਜਿਹੜੀ ਆ, ਜਿਹੜੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਆ, ਜਿਹੜਾ ਉਹ ਕਿਸਾਨੀ ਨੂੰ ਜਿਵੇਂ ਉਹਨਾਂ ਨੇ ਤਬਾਹ ਕਰਨਾ ਵਾ, ਖੇਤੀ ਸੈਕਟਰ ਤੋਂ ਸਾਨੂੰ ਬਾਹਰ ਕੱਢਣਾ ਵਾ, ਉਹ ਗੱਲ ਉਹਨਾਂ ਤੱਕ ਚਲੇਗੀ ਆ ਸਹੀ ਮਾਇਨਿਆਂ ਵਿੱਚ। ਜਦੋਂ ਸਮਝ ਦੇ ਵਿੱਚੋਂ ਕੋਈ ਚੀਜ਼ ਫੁੱਟਦੀ ਆ, ਸਮਝ ਕੇ ਆਉਂਦੇ ਨੇ, ਤੇ ਇਹ ਇੱਕ ਸੁਸਾਇਟੀ ਦੀ ਲੜਾਈ ਬਣ ਰਹੀ ਹੈ, ਇੱਕ ਪਰਿਵਾਰਾਂ ਸਮੇਤ ਲੜਾਈ ਬਣ ਰਹੀ ਆ। ਕੱਲਾ ਉਹ ਹੀ ਨਹੀਂ, ਜਿਵੇਂ ਪੰਜਾਬ ਦਾ ਸ਼ਹਿਰੀ ਵਰਗ ਸਾਡੇ ਨਾਲ ਖਲੋ ਰਿਹਾ, ਵਕੀਲ ਹੋਣ, ਡਾਕਟਰ ਹੋਣ, ਮਜ਼ਦੂਰ ਹੋਣ, ਰੇਹੜੀ ਫੜੀ ਵਾਲੇ ਹੋਣ, ਇਹ ਪੰਜਾਬੀਆਂ ਦਾ ਅੰਦੋਲਨ ਬਣ ਰਿਹਾ। ਔਰਤਾਂ ਦੇ ਨਾਲ ਇੱਕ ਬਹੁਤ ਸਾਰਾ ਸਮੂਥਲੀ ਚੌਫਰਕ ਤਰਫਾ ਸਾਨੂੰ ਸਮਰਥਨ ਮਿਲ ਰਿਹਾ। ਹਾਂ, ਸਵਾਲ ਇਹ ਆ ਵੀ ਇਹਨਾਂ ਦੀ ਸਰਗਰਮ ਭੂਮਿਕਾ ਕਿਵੇਂ ਹੋਵੇ। ਔਰਤਾਂ ਦੀ ਸਰਗਰਮ ਭੂਮਿਕਾ ਤੇ ਅਸੀਂ ਕਾਮਯਾਬ ਕਰ ਗਏ ਅੰਦੋਲਨਾਂ ਵਿੱਚ। ਹੁਣ ਜਿਹੜੇ ਸ਼ਹਿਰੀ ਨੇ, ਦੁਕਾਨਦਾਰ ਨੇ, ਵਕੀਲ ਨੇ ਜਾਂ ਪੱਤਰਕਾਰ ਨੇ, ਬੁੱਧੀਜੀਵੀ ਨੇ, ਜੇ ਉਹ ਆਪਣੇ ਪ੍ਰੋਫੈਸ਼ਨ ਦੇ ਵਿੱਚ ਰਹਿ ਕੇ ਸ਼ਬਦਾਂ ਨਾਲ ਹੀ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਸਮਰਥਕ ਆ, ਇੱਕ ਤਾਂ ਇਹ ਹੁੰਦਾ, ਇੱਕ ਹੁੰਦਾ ਵੀ ਉਹਨਾਂ ਦੀ ਸਰਗਰਮ ਭੂਮਿਕਾ ਕਿਵੇਂ ਹੋਵੇ। ਇਹ ਵੀ ਸੋਚਣ ਵਾਲਾ ਸਵਾਲ ਆ। ਸੀ ਇੱਥੇ ਵੀ ਕੰਮ ਵੀ ਸਰਗਰਮੀ ਨਾਲ ਘੋਲਾਂ 'ਚ ਕਿਵੇਂ ਸਾਡੇ ਆ ਜਾਣ, ਇਹਦੇ ਤੇ ਵੀ ਅਸੀਂ ਕਰ ਰਹੇ ਹਾਂ। ਸੋ ਇਹ ਵਾਕਿਆ ਚੰਗੀ ਗੱਲ ਆ। ਮੈਂ ਇੱਕ ਇਸ ਗੱਲੋਂ ਬੜਾ ਸੰਤੁਸ਼ਟ ਹਾਂ ਵੀ ਜਦੋਂ ਔਰਤ ਆਉਂਦੀ ਆ ਨਾ ਕਿਸੇ ਮੈਦਾਨ 'ਚ, ਔਰਤਾਂ ਨਾਲ ਸਮਾਜ ਜੁੜਿਆ ਹੁੰਦਾ, ਇਹ ਸਮਾਜ ਦਾ ਧੁਰਾ ਹੁੰਦੀ ਆ। ਤੁਸੀਂ ਸਦੀਆਂ ਤੱਕ ਲੜ ਸਕਦੇ ਜੇ ਜਦੋਂ ਔਰਤ ਮਨ ਬਣਾ ਕੇ ਜੇ ਸੰਘਰਸ਼ ਵਿੱਚ ਆ ਜਾਵੇ। ਬਹੁਤ ਵੱਡੀ ਗੱਲ ਜਿਹੜੀ ਹੈਗੀ ਪੰਦੇਰ ਸਾਹਿਬ ਤੁਸੀਂ ਕਹਿ ਰਹੇ ਹੋ। ਹਰਕਮਲ ਜੀ, ਜਦੋਂ ਆਪਾਂ ਸੰਘਰਸ਼ ਦੀ ਰੂਪਰੇਖਾ ਦੀ ਗੱਲ ਕਰ ਰਹੇ, ਜਿੱਦਾਂ ਪੰਦੇਰ ਸਾਹਿਬ ਨੇ ਕਿਹਾ ਕਿ ਅਸੀਂ 50 ਦਿਨ ਕੀ 5000 ਦਿਨ ਜੇ ਇਸ ਤੋਂ ਲੰਬੀ ਲੜਾਈ ਵੀ ਲੜ ਸਕਦੇ ਹਾਂ, ਜ਼ਿੰਦਗੀ ਮੌਤ ਦੀ ਲੜਾਈ ਹੈ, ਪੰਦੇਰ ਜੀ ਦਾ ਕਹਿਣਾ ਹੈਗਾ। ਪਰ ਦੂਜਾ ਕੇਂਦਰ ਦਾ ਜਿਹੜਾ ਪਹਿਲੂ ਹੈਗਾ, ਕਿਸਾਨਾਂ ਦਾ ਜਿਹੜਾ ਮੂਡ ਆ ਉਹ ਦੱਸ ਰਿਹਾ ਹੈ। ਕੇਂਦਰ ਦਾ ਜਿਹੜਾ ਪਹਿਲੂ ਹੈ, ਹਰਕਮਲ ਜੀ, ਤੁਸੀਂ ਪੰਜਾਬ ਦੀਆਂ ਸਾਰੀਆਂ ਪ੍ਰਸਥਿਤੀਆਂ ਨੂੰ ਬੜੀ ਬਰੀਕੀ ਦੇ ਨਾਲ ਦੇਖਦੇ ਹੋ। ਕੇਂਦਰ ਕੇਵਲ ਇਹ ਨਹੀਂ ਕਿ ਕਿਸਾਨਾਂ ਦੇ ਨਾਲ, ਕਈ ਮੈਸੇਜ ਕੈਪਟਨ ਅਮਰਿੰਦਰ ਸਰਕਾਰ ਦੇ ਅੰਦਰੋਂ ਵੀ ਬਾਹਰ ਨਿਕਲ ਕੇ ਆ ਰਿਹਾ ਹੈ। ਉਹ ਕੈਪਟਨ ਅਮਰਿੰਦਰ ਸਰਕਾਰ ਤੇ ਵੀ, ਚਾਹੇ CBI ਦੀ ਗੱਲ ਹੋਵੇ, ED ਦੀ ਗੱਲ ਹੋਵੇ, ਕੁਝ ਇਦਾਂ ਦੇ ਦਬਾਅ ਵੀ ਜਿਹੜੇ ਨਜ਼ਰ ਆ ਰਿਹਾ ਹੈ ਕਿ ਜੇ ਤੁਸੀਂ ਗੱਲ ਨਹੀਂ ਮੰਨੋਗੇ ਤਾਂ ਸਾਡੇ ਕੋਲੇ ਦੂਜਾ ਰਾਹ ਵੀ ਅਸੀਂ ਇਖਤਿਆਰ ਕਰ ਸਕਦੇ ਹਾਂ। ਕੋਈ ਇਦਾਂ ਦਾ ਟਕਰਾਅ ਵੀ ਨਜ਼ਰ ਆ ਰਿਹਾ ਹੈ ਕਮਲ ਜੀ? ਜਗਤਾਰ ਜੀ, ਬਿਲਕੁਲ ਠੀਕ ਤੁਹਾਡੀ ਗੱਲ ਹੈ। ਜਿਹੜੇ ਪਿਛਲੇ ਦਿਨਾਂ 'ਚ ਕਾਂਗਰਸ ਦੇ ਵਫਦ ਜਾ ਕੇ ਉੱਥੇ ਮਿਲੇ ਨੇ, 2-3, ਜੋ ਉਹਨਾਂ ਨੇ ਆ ਕੇ ਦੱਸਿਆ ਹੈ, ਉਹਨਾਂ ਸਾਰਿਆਂ ਨੂੰ ਇੱਕ ਗੱਲ ਬਾਰ-ਬਾਰ ਕਹੀ ਜਾਂਦੀ ਰਹੀ ਉੱਥੇ ਕਿ ਪੰਜਾਬ 'ਚ ਜਿਹੜਾ ਕਿਸਾਨ ਅੰਦੋਲਨ ਹੈ, ਇਹ ਕੋਈ ਅੰਦੋਲਨ ਨਹੀਂ, ਇਹ ਕਾਂਗਰਸ ਦੀ ਦਿਮਾਗ ਦੀ ਕਾਢ ਹੈ। ਕਾਂਗਰਸ ਨੇ ਇਹ ਅੰਦੋਲਨ ਖੜਾ ਕੀਤਾ ਹੋਇਆ ਔਰ ਇਹ ਸਟੇਟ ਗਵਰਨਮੈਂਟ ਦਾ ਸਪਾਂਸਰਡ ਅੰਦੋਲਨ ਹੈਗਾ। ਇਹੋ ਗੱਲ ਉੱਥੇ ਰੇਲ ਮੰਤਰੀ ਨੇ ਕਹੀ, ਇਹੋ ਉੱਥੇ
ਜਿਹੜੇ ਹੋਮ ਮਿनिस्टर ਨੂੰ ਵੀ ਜਾ ਕੇ ਮਿਲੇ, ਉਹਨਾਂ ਨੇ ਵੀ कही कि जी ये तो सरकार का खड़ा किया हुआ अंदोलन है, सरकार कोई कार्रवाई नहीं कर रही, सरकार कोई एक्शन नहीं ले रही। इनफैक्ट मैनू लगता है कि केंद्र सरकार ये महसूस करती सी कि कैप्टन साडा दोस्त है, शायद ये साडा साथ देगा और ये उत्ते कार्रवाई करनगे, किसानां दे नाल कोई डंडा चलाणगे, कोई तशद्दद करनगे। पर मेरे ख्याल च जो इस वेले स्थिति पंजाब सरकार दी या पंजाब कांग्रेस दी है, उन्हां लई किसानां दे खिलाफ सोच उन्हां दी कुछ भी होवे, भावें उन्हें किसान पंजाब दे किसान दे खिलाफ कोई पंजाब दी सियासी जमात कार्रवाई नहीं कर सकती, उन्होंने खिलाफ खड़ी नहीं हो सकती। जे सुखबीर बादल दी पार्टी नूं मजबूर होना पिया बीजेपी नूं छड्डण लई या केंद्र दी वजारत छड्डण लई, उहदा कारण ये सी कि वो किसानी नूं छड्डना उन्हां लई पॉसीबल नहीं सी हैगा, वो किसानां दे खिलाफ खड़े नहीं सी हो सकते। सेम पोजीशन अज कैप्टन अमरिंदर सिंह दी हैगी है या कांग्रेस पार्टी दी होएगी। तो मैनू जिहड़ी गल नजर आ रही है कि केंद्र सरकार भी इस वेले बहुत इस गल तो हताश हैगी है, नाराज हैगी है कि उन्हां दे नाल कोई खड़ा नहीं हो रहा। और ये ठीक है गल बिल्कुल कि जो जिवें वो अपनी एजेंसियां नूं यूज कर सकते हैं, जे वो इनकम टैक्स नूं यूज कर सकते हैं वो भी कर रहे हैं, जे ईडी नूं यूज कर सकते हैं वो भी कर रहे हैं, भावें वो केस ठीक होण गलत होण, लेकिन जिहड़े ठप्पे केस सी जिन्हां नूं कोई छेड़ नहीं सी रहा, उन्होंने वो सारे कड्ढने शुरू करते कैप्टन के खिलाफ या कैप्टन की फैमिली के खिलाफ। जिहड़ा हुण कैप्टन ने CBI का भी फैसला लिया है, वो भी उन्होंने पता लगा सी कि कोई एक दो इहो जिहे केस जिहड़ा SC स्कॉलरशिप का केस है शायद CBI नूं दे रहे ने या एक अद्धा कोई होर केस आ रहा सी, उस भाजड़ दे विच उस गल तो डर के उन्होंने एक कानून जिहड़ा अपना नोटिफिकेशन लैके आउंदा कि CBI डायरैक्ट हुण कोई केस टेकअप नहीं कर सकेगी। सो मैनू जो नज़र आ रहा है कि जिहड़ी बदलाखोरी हैगी है गवर्नमेंट ऑफ इंडिया वालों, ये कोई नीति बहुत ही चंगी नहीं हैगी। किसानां प्रति भी जिहड़ा उन्हां दा एटीट्यूड हैगा वो भी कोई बहुता चंगा नहीं हैगा। रीजन बीइंग कि अल्टीमेटली देखो असी सारे महसूस कर रहे हैं कि शायद इन्हां मीटिंगां चों कोई बहुता निकलेगा नहीं, अजे नहीं निकलेगा। रीजन बीइंग कि उहदा गवर्नमेंट ऑफ इंडिया दा अजे मैंटल मेकअप इहो जिहा है ही नहीं कि किसानां दे जिहड़े मुख इशू ने उन्हां नूं कंसीडर करके उन्हां ते कोई अमेंडमेंट की जाए, अपनी सोच बदली जाए। तुसीं ये मैं भी गल महसूस करना, मैनूं कुछ कांग्रेस दी MPs ने दस्सिया, उन्होंने जाके जो टाइम मंगिया तो उन्होंने खेती मंत्री ने कहा जी कि मैं तुहाडी जिहड़ी रिक्वेस्ट सी भेज दी अगे, ਉਹਦੇ ਤੇ जो जवाब आएगा फिर तुहानूं मैं टाइम देवांगा। कहंदे जी किहनूं भेजीए? वो कहंदे जी साडे सिस्टम हैगा जी थ्रू होम मिनिस्टर ते प्राइम मिनिस्टर नूं रिक्वेस्ट जांदी है, जे उत्थों यस करनगे ते असीं तुहानूं मिलना। जिस सरकार दे विच एक मंत्री नूं कैबिनेट मंत्री नूं डायरैक्ट मिलन दा अधिकार नहीं हैगा, तुसीं की समझदे हो कोई फैसला लै सकणगे? कल नूं जिहड़े मतलब दो मंत्री मीटिंग लै रहे ने वो कोई फैसला लैण दा ते उन्हां कोल अधिकार है नहीं। वो ते अल्टीमेटली गल PM ਲੈਵਲ ਤੇ ਜਾਏਗੀ। ਜੇ ਪ੍ਰਧਾਨ ਮੰਤਰੀ ਕਹਿਣਗੇ ਕਿ ਜੀ ਇਹ ਹਾਂ ਮੈਂ ਐਗਰੀ ਕਰਨਾ, ਫੈਸਲਾ ਕਰ ਲਓ ਤੇ ਭਾਵੇਂ ਕਿਤੇ ਹੋ ਜਾਏ, ਅਦਰਵਾਈਜ਼ ਮਿਨਿਸਟਰਾਂ ਦੇ ਲੈਵਲ ਤੇ ਕੋਈ ਫੈਸਲਾ ਹੋਣਾ ਹੀ ਨਹੀਂ ਹੈਗਾ, ਉੱਥੇ ਉਹ ਸਿਸਟਮ ਹੀ ਨਹੀਂ ਹੈਗਾ, ਮਿਨਿਸਟਰਸ ਦੇ ਕੋਲ ਪਾਵਰ ਹੀ ਕੋਈ ਨਹੀਂ ਹੈਗੀ। ਪਰ ਜਿਹੜੀ ਗੱਲ ਮੈਂ ਮਹਿਸੂਸ ਕਰ ਰਿਹਾ, ਜਿਹੜੀ ਸਾਰਿਆਂ ਨੇ ਵਿਚਾਰ ਪ੍ਰਗਟ ਕੀਤੇ ਨੇ, ਮੇਰੇ ਖਿਆਲ 'ਚ ਜਿਹੜੀ ਗੱਲਬਾਤ ਹੈਗੀ ਹੈ ਉਹਨੂੰ ਜਾਰੀ ਜ਼ਰੂਰ ਰੱਖਣਾ ਚਾਹੀਦਾ ਹੈ। ਅਲਟੀਮੇਟਲੀ ਮੈਨੂੰ ਲੱਗਦਾ ਕਿ ਇੱਕ ਦਿਨ ਆਏਗਾ ਜਿਸ ਦਿਨ ਗਵਰਨਮੈਂਟ ਆਫ ਇੰਡੀਆ ਇਹ ਅੰਡਰਸਟੈਂਡ ਕਰੇਗੀ ਕਿ ਉਹ ਕਿਸਾਨੀ ਦੇ ਨਾਲ ਧੱਕਾ ਕਰ ਰਹੇ ਨੇ। ਦੇਖੋ ਇੱਕ ਗੱਲ ਇਹਦੇ 'ਚ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਅਜੇ ਤੱਕ ਇੱਕ ਪੱਖ ਦੇਖਿਆ, ਉਹਨਾਂ ਨੇ ਸਿਰਫ ਇਹ ਦੇਖਿਆ ਕਿ ਜਿਹੜੀ FCI ਹੈ ਉਹਨੂੰ 40,000 ਕਰੋੜ ਦਾ ਨੁਕਸਾਨ ਹੋ ਰਿਹਾ ਸਾਲ ਦਾ। ਉਹਨਾਂ ਨੇ ਇਹ ਦੇਖਿਆ ਕਿ FCI ਨੂੰ 1,10,000 ਕਰੋੜ ਦਾ ਇਹ ਸਾਲ ਦੀ ਸਬਸਿਡੀ ਦੇ ਰਹੇ ਨੇ, ਪਰ ਉਹ ਬੇਸਿਕਲੀ ਹਾਲਾਂਕਿ ਉਹ ਜਿਹੜੀ ਸਬਸਿਡੀ ਬਹੁਤੀ ਉਹ ਦੇ ਰਹੇ ਨੇ, ਜਿਹੜੀ ਫੂਡ ਸਬਸਿਡੀ ਜਿਹੜੀਆਂ ਬਹੁਤ ਸਾਰੇ ਰਾਜਾਂ ਦੇ ਵਿੱਚ ਸਸਤੀ ਕਣਕ ਚੌਲ ਦਿੱਤੇ ਜਾਂਦੇ ਨੇ ਉਹਦੇ ਕਰਕੇ ਵੀ, ਪਰ ਜਿਹੜਾ ਫੂਡ ਕਾਰਪੋਰੇਸ਼ਨ ਦਾ ਆਪਣਾ ਲਾਸ ਹੈਗਾ ਸੀ ਉਹਦੇ ਲਈ ਜ਼ਿੰਮੇਵਾਰ ਕਿਸਾਨ ਨਹੀਂ ਹੈਗਾ। ਅਸੀਂ ਸਾਰੇ ਦੇਖ ਰਹੇ ਸੀ ਮਗਰਲੇ ਸਾਲਾਂ 'ਚ ਜਿਵੇਂ ਪੰਜਾਬ ਦੀ ਫੂਡ ਡਿਪਾਰਟਮੈਂਟ ਨੇ, ਖਰੀਦ ਏਜੰਸੀਆਂ ਨੇ, ਜਾਂ ਤੁਸੀਂ ਕਹਿ ਸਕਦੇ ਹੋ ਠੇਕੇਦਾਰਾਂ ਨੇ ਜਿਹੜੇ ਟਰਾਂਸਪੋਰਟ ਦੇ ਸੀ ਜਾਂ ਜਿਹੜੇ ਉੱਥੇ ਮੰਡੀਆਂ 'ਚ ਲੱਗੇ ਹੋਏ ਸੀ ਚੁਕਾਈ ਲਈ, ਜੋ ਉਹਨਾਂ ਨੇ ਲੁੱਟ ਮਚਾਈ, ਜਿਸ ਢੰਗ ਦੇ ਨਾਲ ਉਹਨਾਂ ਨੇ ਤੁਸੀਂ ਕਹਿ ਸਕਦੇ ਹੋ ਫੂਡ ਕਾਰਪੋਰੇਸ਼ਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਲੁੱਟਿਆ, ਉਹਦੇ 'ਚ ਕਿਸਾਨਾਂ ਦਾ ਤਾਂ ਕੋਈ ਰੋਲ ਨਹੀਂ ਸੀ ਹੈਗਾ। ਕਿਸਾਨ ਤੇ ਉਹਦਾ ਨੁਕਸਾਨ ਕਿਸਾਨ ਨੂੰ ਨਹੀਂ ਉਠਾਉਣਾ ਚਾਹੀਦਾ। ਹੁਣ ਗਵਰਨਮੈਂਟ ਆਫ ਇੰਡੀਆ ਜੇ ਉਸ ਕਰਪਸ਼ਨ ਨੂੰ ਖਤਮ ਕਰਨ ਲਈ
ਕਿਸਾਨਾਂ ਨੂੰ ਆਪਣਾ ਟਾਰਗੇਟ ਬਣਾ ਰਹੀ ਹੈ। ਮੈਂ ਸਮਝਦਾ ਉਹ ਬਹੁਤ ਗਲਤ ਹੈਗਾ। ਗਵਰਨਮੈਂਟ ਨੂੰ ਚਾਹੀਦਾ ਇਹ ਸੀ ਕਿ ਫੂਡ ਕਾਰਪੋਰੇਸ਼ਨ ਦੀ ਜਿਹੜੀ ਕਰਪਸ਼ਨ ਸੀ ਉਹਨੂੰ ਖਤਮ ਕਰਦੀ, ਉਹਨੂੰ ਖਤਮ ਕਰਨ ਦਾ ਕੋਈ ਤੌਰ ਤਰੀਕੇ ਅਡਾਪਟ ਕਰਦੀ। ਕਿਸਾਨਾਂ ਨੂੰ ਵਿਕਟਮ ਨਹੀਂ ਸੀ ਬਣਾਉਣਾ ਚਾਹੀਦਾ। ਪਰ ਉਹ ਮੈਨੂੰ ਲੱਗਦਾ ਕਿ ਉਹਨਾਂ ਦੀ ਸੋਚ ਇਹ ਵੀ ਕਿ ਜੇ ਕਿਸੇ ਮੰਨ ਲਓ ਮੰਦਿਰ ਦਾ ਪੁਜਾਰੀ ਠੀਕ ਨਹੀਂ ਹੈਗਾ ਤੇ ਮੰਦਿਰ ਹੀ ਢਾਹ ਦਿਓ। ਇਹ ਸੋਚ ਜਿਹੜੀ ਹੈ ਮੇਰੇ ਖਿਆਲ 'ਚ ਠੀਕ ਨਹੀਂ, ਗਲਤ ਹੈ। ਇਹਦੇ 'ਚ ਕੋਈ ਉਹਨਾਂ ਨੂੰ ਤਬਦੀਲੀ ਲਿਆਣੀ ਪਏਗੀ। ਜੀ ਥੈਂਕ ਯੂ ਵੈਰੀ ਮਚ। ਜਸਪਾਲ ਜੀ, ਕੇਂਦਰ ਦੇ ਅੜੀਅਲ ਵਤੀਰੇ ਬਾਰੇ ਜਿੱਦਾਂ ਹਰਕੰਵਲ ਜੀ ਨੇ ਗੱਲ ਕੀਤੀ ਹੈ, ਇਹ ਜਿਹੜਾ ਅੜੀਅਲ ਵਤੀਰਾ ਗੱਲਬਾਤ ਦਾ ਸੱਦਾ ਜਿੱਦਾਂ ਆਪਾਂ ਸਾਰੇ ਕਹਿ ਰਹੇ ਹਾਂ, ਇੱਕ ਸ਼ੁਰੂਆਤ ਜਿਹੜੀ ਹੈਗੀ ਆ ਚੰਗੀ ਗੱਲ ਹੈ, ਨਤੀਜੇ ਵੀ ਦੇਖੇ ਜਾਣਗੇ ਕੀ ਆਉਂਦੇ ਆ। ਪਰ ਅੜੀਅਲ ਵਤੀਰਾ ਕਿਉਂਕਿ ਪੰਜਾਬ ਪਹਿਲਾਂ ਵੀ ਬੜੇ ਲੰਬੇ ਸਮੇਂ ਤੋਂ ਕੇਂਦਰ ਦੇ ਵਤੀਰਿਆਂ ਕਾਰਨ ਬਹੁਤ ਭੁਗਤ ਭੋਗੀ ਰਿਹਾ ਤੇ ਹੁਣ ਵੀ ਇਸ ਮੋੜ ਤੇ ਆ ਕੇ ਪੰਜਾਬ ਖੜਾ ਹੈ ਕਿ ਇਦਾਂ ਦਾ ਅੜੀਅਲ ਵਤੀਰਾ ਪੰਜਾਬ ਦੇ ਲਈ ਘਾਤਕ ਹੋ ਸਕਦਾ ਹੈ। ਇਸ ਲਈ ਜਿਹੜੇ ਕਿ ਰਾਜਸੀ ਗਿਣਤੀਆਂ ਮਿੰਤੀਆਂ ਛੱਡ ਕੇ ਪੰਜਾਬ ਦੇਸ਼ ਦਾ ਜਿਵੇਂ ਕਹਿੰਦੇ ਆਪਾਂ ਸਰਤਾਜ ਹੈ, ਅਹਿਮ ਹਿੱਸਾ ਹੈ ਤੇ ਉਸ ਐਂਗਲ ਤੋਂ ਇਹਦੇ ਤੇ ਲਚਕੀਲਾ ਰਵੱਈਆ ਅਪਣਾਉਣ ਦੀ ਲੋੜ ਹੈ ਕੇਂਦਰ ਨੂੰ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜਗਤਾਰ ਜੀ, ਕੇਂਦਰ ਨੂੰ ਲਚਕੀਲਾ ਰਵੱਈਆ ਅਪਣਾਉਣਾ ਚਾਹੀਦਾ। ਇਹ ਜਿਹੜਾ ਮਾੜਾ ਮੋਟਾ ਗੱਲਬਾਤ ਦਾ ਸੱਦਾ ਆਇਆ, ਇਹ ਐਵੇਂ ਨਹੀਂ ਆਇਆ। ਜਦੋਂ ਭਾਰਤੀ ਜਨਤਾ ਪਾਰਟੀ ਦੇ ਆਪਣੇ ਆਗੂਆਂ ਦੇ ਵੱਡੀ ਪੱਧਰ ਦੇ ਉੱਤੇ ਘਰਾਓ ਸ਼ੁਰੂ ਹੋ ਗਏ, ਇਹਨਾਂ ਨੇ ਦਲਿਤ ਪੱਤਾ ਵੀ ਖੇਡਣ ਦਾ ਯਤਨ ਕੀਤਾ ਕਿ ਦਲਿਤ ਪੱਤਾ ਖੇਡ ਕੇ ਕਿਸਾਨਾਂ ਦੇ ਅਗੇਂਸਟ ਕਰ ਦਿੱਤਾ ਜਾਵੇ ਲੋਕਾਂ ਨੂੰ। ਉਹ ਕਾਮਯਾਬ ਨਹੀਂ ਹੋਇਆ। ਇੱਕ ਜਿਹੜੀਆਂ ਪੰਜਾਬ ਦੀਆਂ ਰਾਸ਼ਟਰੀ ਪਾਰਟੀਆਂ ਨੇ, ਉਹਨਾਂ ਦਾ ਆਪਸ ਵਿੱਚ ਦੀ ਤਾਲਮੇਲ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਇੱਕ ਦਾ ਮੂੰਹ ਕਿਸੇ ਪਾਸੇ ਨੂੰ ਆ, ਦੂਜੇ ਦਾ ਮੂੰਹ ਕਿਸੇ ਪਾਸੇ ਨੂੰ ਆ, ਤੀਜੇ ਦਾ ਮੂੰਹ ਕਿਸੇ ਪਾਸੇ ਨੂੰ ਆ। ਕਹਿੰਦੀਆਂ ਸਾਰੀਆਂ ਇਹ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ। ਜੇ ਤੁਸੀਂ ਸਾਰੇ ਕਿਸਾਨ ਹਿਤੈਸ਼ੀ ਹੋ ਤਾਂ ਕਿਸਾਨਾਂ ਨੂੰ ਅੱਗੇ ਲਾ ਕੇ ਪਿੱਛੇ ਬਹਿ ਜਾਓ। ਪਰ ਉਹ ਲੋਕਾਂ ਦੇ ਵਿੱਚ ਇਹ ਦੱਸਣ ਦਾ ਯਤਨ ਕਰ ਰਹੇ ਨੇ ਕਿ ਸਭ ਤੋਂ ਵੱਧ ਕਿਸਾਨ ਹਿਤੈਸ਼ੀ ਅਸੀਂ ਹਾਂ। ਉਦੋਂ ਤੱਕ ਜਸਪਾਲ ਜੀ, ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਜਦੋਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਹੈ, ਕਿਤੇ ਲੱਗਦਾ ਹੈ ਕਿ ਉਹਨਾਂ ਨੂੰ ਜਿਹੜੀਆਂ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੈ ਉਹ ਨਜ਼ਰ ਆ ਰਹੀਆਂ ਹੈ, ਕਿਸਾਨੀ ਲਈ ਤਾਂ ਦਿਖਾਵੇ ਮਾਤਰੀ ਹੋ ਰਹੀਆਂ ਗੱਲਾਂ। ਤੁਸੀਂ ਠੀਕ ਕਹਿ ਰਹੇ ਹੋ ਕਿ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ। ਉਹ ਬਿਲਕੁਲ 2022 ਨੂੰ ਦੇਖ ਕੇ ਹੀ ਸਾਰਾ ਕੁਝ ਕਰ ਰਹੇ ਨੇ। ਮੈਂ ਕਹਿੰਦਾ ਜਦੋਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ, ਗਵਰਨਰ ਦੇ ਘਰ ਤੱਕ ਇਕੱਠੇ ਗਏ। ਇੱਕ ਪਾਸੇ ਕਹਿੰਦੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਕਿ ਜਦੋਂ ਆਰਡੀਨੈਂਸ ਲਿਆਂਦੇ ਗਏ ਉਦੋਂ ਸਾਨੂੰ ਦੱਸਿਆ ਹੀ ਨਹੀਂ ਗਿਆ, ਅਸੀਂ ਪੜ੍ਹੇ ਹੀ ਨਹੀਂ। ਜੇ ਪੜ੍ਹੇ ਨਹੀਂ ਫਿਰ ਤੁਸੀਂ 12 ਸਤੰਬਰ ਤੱਕ ਕਾਹਦੇ ਵਾਸਤੇ ਉਹਦੇ ਤੇ ਸੋਲੇ ਗਾਉਂਦੇ ਰਹੇ। ਉੱਥੋਂ ਤੱਕ ਇਕੱਠੇ ਗਏ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਚਲੋ ਦਿੱਲੀ ਚੱਲਦੇ ਹਾਂ, ਜੇ ਤਾਂ ਸੁਖਬੀਰ ਸਿੰਘ ਬਾਦਲ ਦਿੱਲੀ ਜਾਵੇ, ਰਾਸ਼ਟਰਪਤੀ ਨੂੰ ਮਿਲੇ, ਉਹ ਠੀਕ ਹੈ। ਜੇ ਕੈਪਟਨ ਕਹਿ ਦੇ ਕਿ ਜਾ ਕੇ ਰਾਸ਼ਟਰਪਤੀ ਨੂੰ ਮਿਲਣਾ ਹੈ ਤਾਂ ਉੱਥੇ ਜਾ ਕੇ ਅਕਾਲੀ ਦਲ ਆਪਣਾ ਵੱਖਰਾ ਰਾਗ ਅਲਾਪਣ ਲੱਗ ਜਾਂਦਾ ਹੈ। ਜੇ ਤੁਸੀਂ ਕਿਸਾਨਾਂ ਪ੍ਰਤੀ ਸੁਹਿਰਦ ਹੋ ਤਾਂ ਮੈਂ ਸਮਝਦਾ ਕਿ ਤੁਹਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਸੀ। ਰਾਜਸੀ 2022 ਨੂੰ ਛੱਡ ਦੇਣਾ ਚਾਹੀਦਾ ਸੀ। ਪਰ ਸਾਰੇ ਦੇ ਸਾਰੇ ਇਹ ਰਾਜਨੀਤੀ ਕਰ ਰਹੇ ਨੇ। ਕੋਈ ਕਿਸਾਨਾਂ ਦਾ ਹਿੱਤ ਇਹਨਾਂ ਨੂੰ ਪਿਆਰਾ ਨਹੀਂ ਹੈਗਾ। ਤੁਹਾਨੂੰ ਸ਼ਾਇਦ ਯਾਦ ਹੋਣਾ ਹੈ, ਤੁਸੀਂ ਵੀ ਉੱਥੇ ਸੀ ਜਦੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਭੋਗ ਸੀ ਤਾਂ ਇੱਕ ਆਗੂ ਨੇ ਕਿਹਾ ਸੀ ਕਿ ਅਸੀਂ ਟੌੜਾ ਸਾਹਿਬ ਦੀ ਸੋਚ ਪਿੱਛੇ ਮਰ ਮਿਟਾਂਗੇ, ਫਲਾਨਾ ਕਰ ਦਿਆਂਗੇ, ਟਿਮਕਾ ਕਰ ਦਿਆਂਗੇ। ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕੋ ਇੱਕ ਆਗੂ ਸੀ ਜਿਹਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਜਾਣਦਾ, ਇਹ ਕਿੰਨੇ ਕੁ ਮਰਨ ਜੋਗੇ ਨੇ, ਇਹ ਮਰਜੀਵੜਿਆਂ ਵਾਸਤੇ ਸੌਂ ਖਾ ਲਿਆ, ਆਪ ਅਕਾਲ ਤਖਤ ਤੋਂ ਭੱਜਿਆ ਏ। ਉਸ ਕਰਕੇ ਇਸ ਸਥਿਤੀ ਦੇ ਵਿੱਚ ਔਰ ਜਿਹੜੀ ਗੱਲ ਮੈਂ ਤੁਹਾਨੂੰ ਸਪਸ਼ਟ ਕਹਿ ਦਿਆਂ ਕਿ ਨਰਿੰਦਰ ਮੋਦੀ ਨੇ ਕਦੇ ਝੁਕਣਾ ਨਹੀਂ। ਉਹ ਲਗਾਤਾਰ ਇਹੀ ਗੱਲ ਕਹਿ ਰਿਹਾ ਹੈਗਾ ਕਿ ਮੈਂ ਇਹਨਾਂ ਨੂੰ ਵਾਪਸ ਨਹੀਂ ਲੈਣਾ। ਪਹਿਲਾਂ ਤਾਂ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਕੀ ਜੇ ਕਿਸਾਨ ਤੁਹਾਨੂੰ ਕਨਵਿੰਸ ਕਰ ਦਿੰਦੇ ਨੇ, ਤੁਸੀਂ ਇਹਨਾਂ ਦੇ ਵਿੱਚ ਕੋਈ ਬਦਲਾਅ ਲਿਆਉਂਗੇ ਜਾਂ ਨਹੀਂ ਲਿਆਉਂਗੇ। ਦੂਜੀ ਚੀਜ਼, ਮੇਰੀ ਪੰਧੇਰ ਸਾਹਿਬ ਨੂੰ ਵੀ ਬੇਨਤੀ ਇਹ ਹੈ ਕਿ ਜਿਵੇਂ ਰਾਜਸੀ ਪਾਰਟੀਆਂ ਦੇ ਰਾਗ ਵੱਖੋ ਵੱਖਰੇ ਨੇ, ਕਿਸਾਨ ਜਥੇਬੰਦੀਆਂ ਵੀ ਇੱਕ ਮੰਚ ਤੇ ਨਹੀਂ ਹੈਗੀਆਂ। ਕਿਸਾਨ ਜਥੇਬੰਦੀਆਂ ਦੇ ਵਿੱਚ ਵੱਖਰੇ ਵੱਖਰੇ ਵਿਚਾਰ ਹੈਗੇ ਨੇ। 31 ਕਿਸਾਨ ਜਥੇਬੰਦੀਆਂ ਆਪਾਂ ਕਹਿ ਰਹੇ ਹਾਂ। ਇੱਕ ਕਿਸਾਨ ਜਥੇਬੰਦੀ ਇਹਨਾਂ ਨੇ ਬਾਹਰ ਕੱਢਤੀ, ਲੱਖੋਵਾਲ ਵਾਲੀ, ਜਿਹੜਾ ਬਿਨਾਂ ਇਹਨਾਂ ਦੇ ਨਾਲ ਰਾਏ ਕਰਨ ਤੋਂ ਸੁਪਰੀਮ ਕੋਰਟ ਦੇ ਵਿੱਚ ਜਾ ਪਹੁੰਚਿਆ। ਮੈਂ ਸਮਝਦਾ ਕਿ ਰਾਜਸੀ ਪਾਰਟੀਆਂ ਦੇ ਵਖਰੇਵੇਂ ਹੋ ਸਕਦੇ ਨੇ ਜਦੋਂ ਤੁਹਾਡਾ ਸਾਰਿਆਂ ਦਾ ਟੀਚਾ ਇੱਕ ਹੈਗਾ। ਜੇ ਤੁਸੀਂ ਇਹ ਲੜਾਈ ਲੜਨੀ ਆ ਨਾ ਤਾਂ ਤੁਸੀਂ ਵੀ ਸਾਰੀਆਂ ਪ੍ਰਧਾਨਗੀਆਂ ਦੂਜੀਆਂ ਛੱਡ ਕੇ ਇੱਕ ਮੰਚ ਤੇ ਆਓ। ਅਸੀਂ ਸਾਰੇ ਅਹਿਮ ਸਵਾਲ ਲੈ ਰਹੇ ਹਾਂ ਸਰ, ਅਹਿਮ ਸਵਾਲ ਲੈ ਰਹੇ ਹਾਂ। ਆਪਣੇ ਕੋਲੇ ਸਮੇਂ ਦੀ ਵੀ ਥੋੜੀ ਘਾਟ ਹੈਗੀ ਹੈ, ਪਰ ਮੈਂ ਪੰਧੇਰ ਸਾਹਿਬ ਤੋਂ ਇਸਦਾ ਜਵਾਬ ਜ਼ਰੂਰ ਚਾਹਾਂਗਾ। ਪੰਧੇਰ ਜੀ, ਤੁਸੀਂ ਜਸਪਾਲ ਜੀ ਦਾ ਸਵਾਲ ਸੁਣ ਹੀ ਲਿਆ ਹੋਵੇਗਾ ਕਿ ਸਮੁੱਚਾ ਪੰਜਾਬ ਦੇ ਤੁਹਾਡੀ ਅਗਵਾਈ ਦੇ ਵਿੱਚ
ਕਿਸਾਨਾਂ ਵੱਲ ਦੇਖ ਰਿਹਾ ਹੈ, ਪੰਜਾਬ ਦੇ ਕਿਸਾਨ ਦੇ ਦੇਸ਼ ਦੇ ਹਿੱਤ ਜੁੜੇ ਹੋਏ ਹੈ, ਤਾਂ ਕਿਸਾਨ ਜਥੇਬੰਦੀਆਂ ਤੋਂ ਵੀ ਉਹਨਾਂ ਦਾ ਕਹਿਣਾ ਤਵੱਕੋਂ ਕੀਤੀ ਜਾ ਰਹੀ ਹੈ ਕਿ ਇੱਕ ਪਲੇਟਫਾਰਮ ਤੇ ਘੱਟੋ ਘੱਟ ਮਿਨੀਮਮ ਪ੍ਰੋਗਰਾਮ ਤੇ ਏਕਤਾ ਹੋਣੀ ਚਾਹੀਦੀ ਹੈ। ਇਸ ਵੇਲੇ ਕਿਸਾਨ ਜਥੇਬੰਦੀਆਂ ਕੋਲੇ ਵੀ ਕੋਈ ਗੁੰਜਾਇਸ਼ ਨਹੀਂ ਕਿ ਕੋਈ ਧਿਰ ਸੰਘਰਸ਼ ਨੂੰ ਪਿੱਠ ਦਿਖਾਵੇ ਕਿਸੇ ਵਖਰੇਵੇਂ ਜਾਂ ਮਤਭੇਦਾਂ ਦੇ ਨਾਂ ਤੇ। ਜੀਪਨੇਰ ਜੀ। ਹਾਂ ਦੇਖੋ, ਜਦੋਂ ਤੱਕ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਦਾ ਸਵਾਲ ਹੈ, ਅੰਦੋਲਨ ਹਮੇਸ਼ਾ ਜ਼ਮੀਨ ਤੇ ਹੁੰਦੇ ਆ, ਉਹ ਕਿਸੇ ਫੋਰਮ ਜਾਂ ਮੀਟਿੰਗਾਂ 'ਚ ਨਹੀਂ ਹੁੰਦੇ। ਕਿਸਾਨ ਅੰਦੋਲਨ ਇੰਨੀ ਸੁਹਿਰਦਤਾ ਨਾਲ ਲੜਿਆ ਜਾ ਰਿਹਾ ਵੀ ਜ਼ਮੀਨ ਤੇ ਹਰਿਆਣੇ ਦਾ ਸੱਦਾ ਆ ਜਾਵੇ, ਪੰਜਾਬ ਵਾਲੇ ਕਿਸਾਨ ਉਹਨਾਂ ਨਾਲ ਮੀਟਿੰਗ ਕਰਨ ਭਾਵੇਂ ਜਾਣ ਭਾਵੇਂ ਨਾ ਜਾਣ, ਉਹਦੀ ਡਟ ਕੇ ਹਮਾਇਤ ਕਰਦੇ ਨੇ। ਜ਼ਮੀਨ ਤੇ ਲੜਿਆ ਜਾ ਰਿਹਾ। ਉਹ ਕਿੱਧਰੋਂ ਕੋਈ ਗੱਲ ਆ ਜਾਵੇ, ਕੌਮੀ ਪੱਧਰ ਦੀਆਂ ਕਈ ਕਾਲਾਂ ਆਈਆਂ, ਉਹਨਾਂ ਜਥੇਬੰਦੀਆਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਰਿਹਾ ਸੀ, ਇੱਥੇ ਲਾਗੂ ਕੀਤੀ ਉਹਨਾਂ ਦੀ ਕਾਲ। ਹਾਂ, ਕੁਝ ਇਸ ਕਰਕੇ ਪੰਜਾਬ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਪੂਰੇ ਇੱਕ ਮਤ ਨੇ, ਇੱਕ ਸੁਰ ਨੇ, ਮੁੱਦੇ ਤੇ ਮੈਕਸੀਮਮ ਹੀ ਸਾਂਝ ਆ, ਮਿਨੀਮਮ ਨਹੀਂ। ਠੀਕ ਹੈ ਜੀ। ਹੁਣ ਅੰਦੋਲਨ ਦੇ ਐਕਸ਼ਨਾਂ ਤੇ ਸਮੱਸਿਆ ਵੀ ਨਹੀਂ ਆ ਰਹੀ, ਤਾਂ ਸਵਾਲ ਸਿਰਫ ਇੰਨਾ ਵਾ ਵੀ ਤਾਲਮੇਲ ਵਾ, ਅਸੀਂ ਪਹਿਲੋਂ ਵੀ ਚੱਲਦੇ, ਗਾਂ ਵੀ ਚੱਲਦੇ ਰਹਾਂਗੇ। ਜਥੇਬੰਦੀਆਂ ਦੇ ਅੰਦਰ ਵਿਚਾਰਧਾਰਾ ਦਾ ਆਪਸੀ ਮਤਭੇਦ 100 ਹੋਣਗੇ, ਹੁੰਦੇ ਰਹਿਣੇ ਆ, ਅੰਦਰ ਜੋ ਮਰਜ਼ੀ ਕਰੀਏ, ਪਰ ਪੰਜਾਬ ਲਈ ਇੱਕ ਹੋ ਕੇ ਲੜ ਰਹੇ ਤੇ ਗਾਂ ਲੜਦੇ ਰਹਾਂਗੇ। ਇਹ 26-27 ਨਵੰਬਰ ਪੰਦੇਰ ਜੀ, 26-27 ਨਵੰਬਰ ਉਹ ਵੀ ਇੱਕ ਸੱਦਾ ਹੈਗਾ ਦੇਸ਼ ਪੱਧਰ ਦੇ ਉੱਤੇ, ਉਹਦੇ ਬਾਰੇ ਵੀ ਮੈਂ ਜ਼ਰੂਰ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ ਸੰਖੇਪ ਦੇ ਵਿੱਚ। ਉਹ ਵੀ ਇੱਕ ਏਕੇ ਦਾ ਪ੍ਰਗਟਾਵਾ ਜਿਹੜਾ ਆ ਰਿਹਾ ਆਉਣ ਵਾਲੇ ਦਿਨਾਂ 'ਚ। ਜੀ ਪੰਦੇਰ ਜੀ। ਆਪ ਦੇਖੋ, 5 ਦਾ ਵੀ ਅਸੀਂ ਕੌਮੀ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਸਫਲ ਕੀਤਾ, ਤੇ ਆਉਣ ਵਾਲਾ ਜਿਹੜਾ ਸੱਦਾ ਉਹ ਵੀ ਪੂਰੀ ਸਫਲਤਾ ਨਾਲ ਉਹਨੂੰ ਲਾਗੂ ਕਰਾਂਗੇ। ਜੋ ਜਥਾ ਤਾਕਤ ਹੈ ਉਹਦੇ ਮੁਤਾਬਕ ਉਹ ਸ਼ਮੂਲੀਅਤ ਕਰਾਂਗੇ। ਮਿਹਰਬਾਨੀ। ਸਾਡੇ ਨਾਲ ਇਹਨਾਂ ਮੁੱਦਿਆਂ ਤੇ ਆਉਣ ਲਈ ਸਰਵਣ ਸਿੰਘ ਪੰਦੇਰ, ਜਿਹੜੇ ਮੈਂ ਕਹਾਂਗਾ ਕਿ ਦਰਵੇਸ਼ ਕਿਸਾਨ ਆਗੂ, ਸਾਡੇ ਨਾਲ ਦੂਜੇ ਸੀਨੀਅਰ ਜਰਨਲਿਸਟ ਹਰਕਮਲਜੀਤ ਸਿੰਘ, ਸਾਡੇ ਨਾਲ ਇਸੇ ਤਰ੍ਹਾਂ ਸਾਡੇ ਹੋਰ ਸੀਨੀਅਰ ਸਾਥੀ ਸੀਨੀਅਰ ਜਰਨਲਿਸਟ ਜਸਪਾਲ ਢਿੱਲੋਂ ਜੀ, ਤਿੰਨਾਂ ਹੀ ਮਹਿਮਾਨਾਂ ਦਾ ਮੈਂ ਧੰਨਵਾਦੀ ਹਾਂ, ਜਿਹੜੇ ਮੈਂ ਕਹਾਂਗਾ ਕਿ ਗੈਰ ਰਾਜਸੀ ਪੈਨਲ ਦੇ ਉੱਤੇ ਆ ਕੇ ਪੰਜਾਬ ਦਾ ਦਰਦ, ਪੰਜਾਬ ਦੀ ਚੀਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਤੇ ਮੈਂ ਇਹ ਵੀ ਤਵੱਕੋ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਇਹ ਸੱਦਾ ਪਸੰਦ ਆਏਗਾ ਤੇ ਤੁਸੀਂ ਆਪਣੇ ਜਿਹੜੇ ਕਮਿਊਨੀਕੇਸ਼ਨ ਦੇ ਸੋਰਸਸ ਹੈ, ਪੰਜਾਬ ਦਾ ਸੁਨੇਹਾ ਸ਼ੇਅਰ ਜ਼ਰੂਰ ਕਰੋਗੇ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਫਿਰ ਇੱਕ ਵਾਰ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਰਮਨ ਕੈਂਸਰ ਸੁਸਾਇਟੀ ਹੁਣ ਆ ਰਹੇ ਨੇ ਤੁਹਾਡੇ ਆਪਣੇ ਚੈਨਲ ਪੰਜਾਬੀ ਤੇ। ਉਹ ਕਿਹੜੀ ਬਿਮਾਰੀ ਜਿਹਦਾ ਇਲਾਜ ਨਹੀਂ। 25 ਸਾਲਾਂ ਤੋਂ ਕੈਂਸਰ ਦੇ 90% ਮਰੀਜ਼ਾਂ ਨੂੰ ਕੀਤਾ ਤੰਦਰੁਸਤ। ਰਾਜਪਾਲ ਵੱਲੋਂ ਸਨਮਾਨਿਤ ਡਾਕਟਰ ਹਰਪਿੰਦਰ ਸਿੱਧੂ ਕੋਲ ਹੈ ਹਰ ਬਿਮਾਰੀ ਦਾ ਹੱਲ। ਬਿਮਾਰੀ ਤੋਂ ਬਚਣ ਦਾ ਇੱਕੋ ਇੱਕ ਨਾਮ, ਰਮਨ ਕੈਂਸਰ ਸੁਸਾਇਟੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।